तुझ ऊपर मेरा है माना, तू है मेरा ताना राम। सुरत मत चतुराई तेरी, तू जनाई जाना राम। सोई जाने सोई पछाणै, जाको नदर सरंदे। मन मुख भूली बहुती राही, फाथी माया फंदे। ठाकुर भाणी सा गुणवंती, तिन्ही सब रंग माना। नानक की तर तू है ठाकुर, तू नानक का माना। नानक की तर तू है ठाकुर, तू नानक का माना। शब्द गुरु साहिब श्री गुरु ग्रंथ साहिब महाराज सच्चे पातशाह जी दी पावन हजूरी विच जुड़ बैठे गुरु प्यारिओ, आप सारे अति सत्कारयोग वडभागे हों। आओ गुरबाणी विचार शुरू करिए। गुरु गोबिंद सिंह महाराज जी की बख्शिश गुरफतेह की सांझ पाईए। सब ने बोलना जी आखियो। वाहिगुरु जी का खालसा, वाहिगुरु जी की फतेह। सो गुरु साहब जी की कृपा हुई है, आप सारे रल मिल के कीमती समय का लाहा प्राप्त कर रहे हाँ। गुरबाणी विचार जो थाल विच तिन वस्तु पईओ, सत संतोख विचारो। विचार दे नाल जुड़ना करते हाँ। रोज दे मुनेम मुताबक जो शब्द आपां पढ़िया, आओ उस शब्द की विचार गुरु साहब जी तो पुछण दा यतन करिए। ज्यों बुलावे त्यों बोलना स्वामी। जिमें वाहिगुरू नूं चंगा लगदा उवें हो किरपा करनगे। अपने दासरियां तो ये सेवा लै लैणगे। तुझ ऊपर मेरा है माना, बड़ी बख्शिश कीती है पातशाह ने। साडे अंदर भी ये ख्याल बन जावे, साडे अंदर भी ये फुरना आ जावे। तुझ ऊपर तेरे उत्ते मैनू बहुत ज्यादा माण आ। जिवें ना मनुख कई बार अपने दोस्त मित्र, अपने परिवार दे विच किसी संगी साथी नूं कह दिंदा, मैनू तेरे ते बहुत ज्यादा माण आ, मैनू पक्का यकीन आगा भी तू मैनू धोखा नहीं देवेगा। पर सच्चाई ये आ भी बंदा बंदे ते माण करदा, कदे बंदे नूं बंदा धोखा जरूर दे जांदा। रब्बी रंग विच रंगे होए नूं छड्ड के बंदे दा कुदरती नेचर आ, सुभाव। बंदा धोखा दिंदा भी है ते बंदा धोखे विच आउंदा भी है। ते जिहड़ा साडा गुरु आ ना जी, ते पंजवें पातशाह ने कहा भी मैनू तेरे ते बड़ा माण आ। ये गुरु ना धोखा दिंदा ते ना धोखे विच आउंदा।
ਹੁਣ ਗੁਰਦੇਵ ਪਾਤਸ਼ਾਹ ਨੇ ਜ਼ਿਕਰ ਕੀਤਾ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਮੈਨੂੰ ਉਸ ਗੁਰੂ ਤੇ ਅਕਾਲ ਪੁਰਖ ਤੇ ਬੜਾ ਮਾਣ ਆ, ਉਹ ਮੈਨੂੰ ਧੋਖਾ ਨਹੀਂ ਦਿੰਦਾ ਕਦੇ। ਤੁਝ ਉੱਪਰ ਮੇਰਾ ਹੈ ਮਾਣਾ, ਫਖਰਾ ਮੈਨੂੰ, ਤੂੰ ਹੈ ਮੇਰਾ ਤਾਣਾ ਰਾਮ। ਮਾਣ ਕਿਸ ਗੱਲ ਦਾ? ਮੇਰੀ ਸਾਰੀ ਤਾਕਤ ਤੂੰ ਆ। ਮਾਣ ਇਸ ਗੱਲ ਦਾ। ਹੁਣ ਸੱਚ ਹੈ ਵੀ ਇਹ ਗੱਲ ਗੁਰੂ ਸਾਹਿਬ ਨੇ ਤਾਂ ਕਹਿ ਦਿੱਤੀ, ਤੇ ਗੁਰੂ ਸਾਹਿਬ ਦੇ ਪਿਆਰ ਵਿੱਚ ਭਿੱਜੇ ਹੋਏ ਦਾਨੇ ਪੁਰਖ ਵੀ ਕਹਿ ਦੇਣਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰਧਾਰਾ ਮਨੁੱਖ ਦੀ ਕਥਾ ਤੇ ਇੱਕ ਪਰਮਾਤਮਾ ਅਕਾਲ ਪੁਰਖ ਦੀ ਕਥਾ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਖੜ ਕੇ ਇਹ ਗੱਲ ਸਾਨੂੰ ਕਹਿਣੀ ਬਹੁਤ ਔਖੀ ਆ। ਜਿਹੜਾ ਅਜੇ ਤੱਕ ਗੁਰੂ ਦਾ ਨਹੀਂ ਬਣਿਆ, ਗੁਰੂ ਨਾਲ ਨਹੀਂ ਜੁੜਿਆ, ਗੁਰੂ ਦੇ ਸਨਮੁਖ ਰੁਕ ਕੇ ਉਸ ਮਨੁੱਖ ਨੂੰ ਇਹ ਵਾਕ ਲਫ਼ਜ਼ ਬੋਲਣਾ ਬੜਾ ਔਖਾ ਵੀ ਸਾਰੀ ਤਾਕਤ ਤੇਰੀ, ਸਾਰੀ ਤਾਕਤ ਤੇਰੇ ਕੋਲ, ਇਹ ਕਹਿਣਾ ਔਖਾ। ਕਵਾਂਗੇ ਪਰ ਕਦੋਂ? ਜਦੋਂ ਸਾਨੂੰ ਗਿਆਨ ਹੋ ਗਿਆ। ਤੇ ਨਹੀਂ ਬੰਦਾ ਇਸ ਭੁਲੇਖੇ ਵਿੱਚ ਆ ਸਾਰੀ ਤਾਕਤ ਮੇਰੀ ਆ, ਮੈਂ ਪੈਸੇ ਨਾਲ ਬਹੁ ਕਰ ਸਕਦਾ, ਜੋ ਕਰ ਸਕਦਾ, ਮੇਰੇ ਕੋਲ ਏਡੀ ਪ੍ਰਾਪਰਟੀ, ਏਡੀਆਂ ਮਹਿੰਗੀਆਂ ਮਹਿੰਗੀਆਂ ਮੇਰੇ ਕੋਲ ਫੈਕਟਰੀਆਂ, ਮਹਿੰਗੇ ਮਹਿੰਗੇ ਵੱਡੇ ਵੱਡੇ ਮੇਰੇ ਕੋਲ ਮਿਲਣੇ, ਕਾਰਖਾਨੇ ਨੇ। ਬੰਦਾ ਸੋਚਦਾ ਸਭ ਕੁਛ ਕਿਹਦਾ? ਮੇਰਾ, ਮੇਰੀ ਤਾਕਤ ਆ। ਤੇ ਪਰ ਇੱਥੇ ਗੁਰੂ ਸਾਹਿਬ ਨੇ ਕਿਹਾਗਾ, ਵਾਹਿਗੁਰੂ ਜੀ ਐ ਪ੍ਰਮਾਤਮਾ ਜੀ, ਜਿੰਨੀ ਵੀ ਮੇਰੀ ਤਾਕਤ ਆ, ਮੇਰੇ ਪਰਿਵਾਰ ਕਰਕੇ, ਮੇਰੇ ਦੋਸਤ ਮਿੱਤਰ ਕਰਕੇ, ਮੇਰੇ ਘਰ-ਬਾਰ ਕਰਕੇ, ਮੇਰੀ ਜ਼ਮੀਨ ਜਾਇਦਾਦ ਪ੍ਰਾਪਰਟੀ ਕਰਕੇ, ਜਿੰਨੀ ਵੀ ਮੇਰੀ ਤਾਕਤ ਇਕੱਠੀ ਹੋਈ ਆ, ਇਹ ਸਾਰੀ ਤੇਰੀ ਤਾਕਤ ਆ। ਪਰ ਬੰਦਾ ਕਵੇਗਾ ਕਦੋਂ? ਜਦੋਂ ਬੰਦੇ ਨੂੰ ਗਿਆਨ ਹੋਇਆ, ਬੰਦੇ ਨੂੰ ਪਤਾ ਚੱਲਿਆ ਵੀ ਮੇਰਾ ਤਾਂ ਕੁਛ ਵੀ ਨਹੀਂ ਹੈ, ਮੈਂ ਤਾਂ ਇੱਕ ਜਰੀਆ ਵਿਚਾਲੇ, ਮਤਲਬ ਕਮਾਈ ਕੀਤੀ ਆ। ਤੇ ਕਮਾਈ ਕਰਨ ਦੇ ਲਈ ਹੱਥ ਪੈਰ, ਅੱਖਾਂ, ਜ਼ੁਬਾਨ ਉਹ ਪਰਮਾਤਮਾ ਨੇ ਲਾਇਆ, ਦਿਮਾਗ ਪਰਮਾਤਮਾ ਨੇ ਲਾਇਆ। ਦਿਮਾਗ ਬੰਦੇ ਦੀ ਕਾਢ ਥੋੜੀ ਆ। ਹੁਣ ਜੇ ਫੈਕਟਰੀ ਵਿੱਚ ਕਾਮੇ ਵੀਰਾਂ ਤੋਂ ਕੰਮ ਕਰਵਾ ਰਿਹਾ ਹੈਗਾ, ਪੂਰੇ ਦੇ ਪੂਰੇ ਬਿਜ਼ਨਸ ਨੂੰ ਆਪਣੇ ਨੂੰ ਸੰਭਾਲ ਰਿਹਾ ਹੈਗਾ, ਸਾਰੇ ਦਿਮਾਗ ਨਹੀਂ ਸੰਭਾਲਦਾ ਨਾ। ਦਿਮਾਗ ਵਿੱਚ ਖਿਆਲ ਬਣਦੇ ਨੇ, ਇਉਂ ਕਰ, ਆਹ ਕਰ, ਉਹ ਕਰ, ਆਹ ਕਰਨਾ ਠੀਕ ਹੋਵੇਗਾ, ਆਹ ਕਰਨਾ ਗਲਤ ਹੋ ਜਾਏਗਾ। ਜਿੰਨੇ ਖਿਆਲ ਉਪਜੇ ਸਾਰੇ ਦਿਮਾਗ 'ਚ ਉਪਜਦੇ ਨੇ। ਤੇ ਹੁਣ ਚੇਤਾ ਰੱਖੋ, ਦਿਮਾਗ ਕਿਹਨੇ ਦਿੱਤਾ ਹੈਗਾ? ਪਰਮਾਤਮਾ ਨੇ। ਵਰਤਣਾ ਅਸੀਂ ਆ। ਤੇ ਜਿਸ ਪਰਮਾਤਮਾ ਨੇ ਦਿਮਾਗ ਦਿੱਤਾ, ਉਹ ਦਿਮਾਗ ਖੋ ਵੀ ਸਕਦਾ, ਕੋਈ ਵੱਡੀ ਗੱਲ ਨਹੀਂ। ਬਸ ਇੱਥੇ ਧਿਆਨ ਆਪਣਾ ਗੁਰੂ ਦੀ ਗੱਲ ਵੱਲ ਜ਼ਰੂਰ ਕਰਿਓ। ਜਿਸ ਪਰਮਾਤਮਾ ਨੇ ਹੱਥ ਪੈਰ ਦਿੱਤੇ ਨੇ, ਉਹ ਹੱਥ ਪੈਰ ਤੋੜ ਵੀ ਸਕਦਾ, ਕੋਈ ਬਹਾਨਾ ਬਣ ਸਕਦਾ। ਬੜੀਆਂ ਰੂਹਾਂ ਨੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਹੱਥ ਪੈਰ ਸੀ ਪਰ ਵੱਢੇ ਗਏ। ਹੱਥ ਪੈਰ ਵੱਢਣ ਦਾ ਕਾਰਨ ਕੋਈ ਬਣ ਗਿਆ, ਟੁੱਟਣ ਦਾ ਕਾਰਨ ਕੋਈ ਬਣ ਗਿਆ, ਪਰ ਟੁੱਟ ਗਏ। ਤੇ ਤਰਲੇ ਪਾਉਂਦੇ ਨੇ, ਸੱਚੇ ਪਾਤਸ਼ਾਹ ਸਾਡੇ ਤੋਂ ਕਿਹੜਾ ਬੁਰਾ ਕਰਮ ਹੋਇਆ ਸੀ, ਸਾਡੇ ਹੱਥ ਟੁੱਟ ਗਏ ਦੋਨੀ। ਤੇ ਦੋਨੇ ਹੱਥਾਂ ਤੋਂ ਬਿਨਾਂ ਭੋਜਨ ਪਾਣੀ ਛਕਣਾ, ਸਰੀਰ ਦੀ ਕਿਰਿਆ ਕਰਨੀ, ਸਾਰੇ ਕੰਮ ਕਰਨੇ ਫੇਲ ਹੋ ਗਏ, ਹੁਣ ਕੁਝ ਵੀ ਨਹੀਂ ਕਰ ਸਕਦਾ। ਜ਼ਿੰਦਗੀ ਪਸ਼ੂਆਂ ਤੋਂ, ਪੰਛੀਆਂ ਤੋਂ ਗਿਆ ਗੁਜ਼ਰਿਆ। ਉਹਨਾਂ ਨੂੰ ਵੀ ਵਾਹਿਗੁਰੂ ਨੇ ਜੇ ਹੱਥ ਨਹੀਂ ਦਿੱਤੇ, ਚੁੰਝ ਲਾਈ ਆ, ਤੇ ਉਹ ਹੱਥਾਂ ਦਾ ਕੰਮ ਚੁੰਝ ਕਰਦੀ ਆ। ਪਰ ਚੇਤਾ ਰੱਖਿਓ, ਜਿਸ ਪਰਮਾਤਮਾ ਨੇ ਹੱਥ ਦਿੱਤੇ ਨੇ, ਉਹ ਹੱਥਾਂ ਨੂੰ ਰੋਕ ਸਕਦਾ। ਜਿਸ ਪਰਮਾਤਮਾ ਨੇ ਦਿਮਾਗ ਦਿੱਤਾ, ਉਹ ਦਿਮਾਗ ਨੂੰ ਡਲ ਕਰ ਸਕਦਾ, ਡੈਡ ਕਰ ਸਕਦਾ। ਇੱਕ ਟੰਕਾ ਵਿੱਚੋਂ ਛੇੜਤਾ ਨਾ, ਇੱਕ ਰਾਈ ਮਾਤਰ ਪੁਆਇੰਟ ਵਿੱਚੋਂ ਗੁਰੂ ਨੇ ਹਲਾਤਾ, ਪਰਮਾਤਮਾ ਨੇ ਹਲਾਤਾ, ਬੰਦੇ ਦਾ ਦਿਮਾਗ ਅਪਸੈਟ ਆ। ਹੁਣ ਇਥੋਂ ਸਿੱਧ ਕੀ ਹੋ ਗਿਆ? ਜੇ ਮੈਂ ਫੈਕਟਰੀ ਚਲਾ ਰਿਹਾ, ਜੇ ਮੈਂ ਬਿਜ਼ਨਸਮੈਨ ਆ,
ਜੇ ਮੈਂ ਹੱਥੀਂ ਕਿਰਤ ਕਰਦਾ, ਜੇ ਮੈਂ ਕੁਝ ਵੀ ਕਰ ਰਹਾਂਗਾ ਤਾਂ ਸਭ ਕੁਝ ਪਰਮਾਤਮਾ ਕਰਵਾ ਰਿਹਾ। ਮੇਰਾ ਤਾਂ ਕੁਝ ਵੀ ਨਹੀਂ ਹੈ। ਉਹ ਜਦੋਂ ਮਰਜੀ ਦਿਮਾਗ ਖੋ ਸਕਦਾ, ਜਦੋਂ ਮਰਜੀ ਹੱਥ ਪੈਰ ਖੋ ਸਕਦਾ, ਜਦੋਂ ਮਰਜੀ ਉਹ ਪੂਰੇ ਦਾ ਪੂਰਾ ਸਰੀਰ ਖੋ ਸਕਦਾ। ਮਤਲਬ ਸਵਾਸ ਨੇ ਜਿਹੜੇ ਉਹ ਪੂਰੇ ਕਰ ਸਕਦਾ। ਗੱਲ ਖਤਮ ਆ। ਸਭ ਕੁਝ ਫਿਰ ਕਿਹਦਾ? ਪਰਮਾਤਮਾ ਦਾ। ਇੱਥੇ ਗੁਰੂ ਪਾਤਸ਼ਾਹ ਨੇ ਲਿਖਿਆ, ਤੁਝ ਉੱਪਰ ਮੇਰਾ ਹੈ ਮਾਣਾ, ਮੈਨੂੰ ਤੇਰੇ ਤੇ ਮਾਣ ਆ, ਫਖਰ ਆ। ਤੂੰ ਹੈ ਕੀ ਹੈ? ਮੇਰਾ ਤਾਣਾ। ਤਾਣਾ ਮਤਲਬ ਤਾਕਤ, ਮੇਰੀ ਸਾਰੀ ਤਾਕਤ ਤੂੰ ਖੁਦ ਆਪ ਆ ਪਰਮਾਤਮਾ ਜੀਓ। ਮੇਰੀ ਤਾਕਤ ਆਪਣੀ ਕੋਈ ਤਾਕਤ ਨਹੀਂ ਹੈ। ਮੈਂ ਤਾਂ ਇੱਕ ਸੰਨ ਦੇ ਵਿੱਚ ਨਾ ਸਾਧਨ ਆ। ਜਿਵੇਂ ਮੋਟਰਸਾਈਕਲ ਆ, ਉਹਦੇ 'ਚ ਹਿੰਮਤ ਨਹੀਂ ਹੈ ਵੀ ਰਿਸ਼ਤੇਦਾਰੀ ਜਾਇਓ ਇਕੱਲੇ ਹੀ। ਜੇ ਵਗ ਵੀ ਗਿਆ ਸਬਰਨਾ ਕੁਛ ਨਹੀਂ ਗਾ। ਭਾਵ ਮੋਟਰਸਾਈਕਲ ਤਾਂ, ਗੱਡੀ ਤਾਂ ਇੱਕ ਥਾਂ ਤੋਂ ਲਿਜਾਣ ਵਾਸਤੇ ਦੂਜੀ ਥਾਂ ਤੇ ਇੱਕ ਸਾਧਨ ਆ। ਇਵੇਂ ਜਿਵੇਂ ਅਸੀਂ ਤਾਂ ਰਸਤੇ ਦੇ ਵਿੱਚ ਸਾਧਨ ਆ, ਇੱਕ ਜਰੀਆ ਕਹਿ ਸਕਦੇ ਜਿਹਨੂੰ ਆਪਾਂ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਾਡੀ ਭਾਈ ਸਾਰੀ ਤਾਕਤ ਉਹ ਵਾਹਿਗੁਰੂ ਜੀ ਨੇ। ਸਾਡੀ ਸਾਰੀ ਤਾਕਤ ਉਹ ਮਾਲਕ ਹੈ। ਸਾਡਾ ਕੁਛ ਨਹੀਂ ਹੈ। ਦਿਮਾਗ ਚਲਾਉਣ ਵਾਲਾ, ਫੁਰਨੇ ਬਣਾਉਣ ਵਾਲਾ ਵੀ ਉਹ ਖੁਦ ਆਪ ਹੈ। ਹੱਥ ਪੈਰ ਚਲਾਉਣ ਵਾਲਾ, ਕਿਰਿਆ ਕਰਮ ਕਰਨ ਵਾਲਾ, ਸਭ ਕੁਝ ਉਹ ਪਰਮਾਤਮਾ ਖੁਦ ਆਪ ਹੈ। ਇਸੇ ਕਰਕੇ ਸਾਨੂੰ ਜਦੋਂ ਆਪ ਦੀ ਆਵਾਜ਼ ਆਉਣ ਲੱਗੀ, ਫਿਰ ਆਪਾਂ ਕੀ ਕਰਨਾਗਾ? ਫਿਰ ਹੀ ਆਪਾਂ ਕਹਾਂਗੇ ਮੈਨੂੰ ਤੇਰੇ ਤੇ ਬਹੁਤ ਮਾਣ ਹੈ, ਫਖਰ ਹੈ। ਮੈਨੂੰ ਹੁਣ ਇੰਨਾ ਕੁ ਮਾਣ ਹੋ ਗਿਆ ਤੇਰੇ ਤੇ ਵੀ ਤੇਰੇ ਵਰਗਾ ਕੋਈ ਹੈ ਨਹੀਂ ਹੋਰ। ਬਸ ਇੱਕ ਤੂੰ ਹੀ ਆ ਜਿਹੜਾ ਆਪਣੇ ਵਰਗਾ ਖੁਦ ਆਪ ਹੈ। ਉਹ ਸਿਆਣੇ ਕਹਿੰਦੇ ਆ ਨਾ, ਰੱਬ ਜੀ ਪਰਮਾਤਮਾ ਨੇ ਸਭ ਕੁਝ ਬਣਾਇਆ। ਪਰਮਾਤਮਾ ਨੇ ਬਹੁਤ ਕੁਝ ਨਹੀਂ ਬਣਾਇਆ, ਸਭ ਕੁਝ ਹੀ ਪਰਮਾਤਮਾ ਨੇ ਬਣਾਇਆ। ਧਰਤੀ, ਪਤਾਲ, ਆਕਾਸ਼, ਜੀਵ ਜੰਤੂ, ਪਾਣੀ, ਸੂਰਜ, ਚੰਦਰਮੇ, ਤਾਰੇ, ਹਵਾ, ਸਭ ਕੁਝ ਪਰਮਾਤਮਾ ਦੀ ਬਖਸ਼ਿਸ਼ ਆ, ਰੱਬ ਜੀ ਦੀ ਦੇਣ ਆ। ਤੇ ਪਰ ਹੁਣ ਚੇਤਾ ਰੱਖਿਓ, ਜਿਸ ਪਰਮਾਤਮਾ ਨੇ ਸਭ ਕੁਝ ਬਣਾਇਆ ਨਾ, ਕਹਿੰਦੇ ਉਹਨੇ ਇੱਕ ਚੀਜ਼ ਨਹੀਂ ਬਣਾਈਗੀ। ਪਰਮਾਤਮਾ ਨੇ ਸਭ ਕੁਝ ਬਣਾ ਦਿੱਤਾ, ਪਰ ਇੱਕ ਚੀਜ਼ ਬਣਾਉਣੀ ਉਹ ਭੁੱਲ ਗਿਆ ਜਾਂ ਜਾਣ ਕੇ ਨਹੀਂ ਬਣਾਈ, ਉਹ ਉਹਨੂੰ ਪਤਾ। ਇਹਦੇ ਬਾਰੇ ਆਪਾਂ ਕੋਈ ਕਲਪਨਾ ਨਹੀਂ ਕਰ ਸਕਦੇ ਰੱਬ ਜੀ ਨੇ ਉਹ ਚੀਜ਼ ਕਿਉਂ ਨਹੀਂ ਬਣਾਈਗੀ। ਉਹਨੇ ਇੱਕ ਚੀਜ਼ ਨਹੀਂ ਬਣਾਈ, ਉਹ ਕਿਹੜੀ ਆ? ਪਰਮਾਤਮਾ ਨੇ ਦੂਜਾ ਪਰਮਾਤਮਾ ਨਹੀਂ ਬਣਾਇਆ। ਰੱਬ ਨੇ ਦੂਜਾ ਰੱਬ ਨਹੀਂ ਬਣਾਇਆ, ਰੱਬ ਇੱਕੋ ਹੀ ਆ। ਬਾਕੀ ਬਹੁਤ ਕੁਝ ਬਣਾ ਦਿੱਤਾ, ਸਭ ਕੁਝ ਉਸੇ ਨਹੀਂ ਬਣਾਇਆ, ਪਰ ਰੱਬ ਨੇ ਇੱਕ ਦੂਜਾ ਰੱਬ ਨਹੀਂ ਬਣਾਇਆ, ਹੋਰ ਰੱਬ ਨਹੀਂ ਬਣਾਇਆ, ਡਬਲ ਰੱਬ ਨਹੀਂ ਬਣਾਇਆਗਾ। ਜਿਵੇਂ ਇੱਕ ਬਾਪ ਦੇ ਦੋ ਪੁੱਤ ਹਨ, ਇਵੇਂ ਜਿਵੇਂ ਪ੍ਰਮਾਤਮਾ ਦੇ ਪੁੱਤਰ ਧੀਆਂ ਬਹੁਤ ਨੇ, ਪਰ ਉਹਨੇ ਆਪਣਾ ਸਰੀਕੇਬਾਜ਼ੀ ਕਰਨ ਵਾਲਾ ਸ਼ਰੀਕ ਨਹੀਂ ਬਣਾਇਆ। ਉਹ ਖੁਦ ਆਪ ਹੀ ਆ। ਬਸ ਉਹ ਪ੍ਰਮਾਤਮਾ ਖੁਦ ਆਪ ਹੀ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ, ਜਦੋਂ ਸਾਨੂੰ ਪਤਾ ਲੱਗ ਗਿਆ ਵੀ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਸਾਰੀ ਤਾਕਤ ਹੈ, ਉਹਦੇ ਤੋਂ ਬਿਨਾ ਹੋਰ ਕੋਈ ਦੂਜੀ ਤਾਕਤ ਨਹੀਂ ਹੈ, ਤਾਂ ਫਿਰ ਉਸੇ ਤੇ ਸਾਨੂੰ ਮਾਣ ਹੋਣਾ ਚਾਹੀਦਾ, ਉਸੇ ਤੇ ਸਾਨੂੰ ਫਖਰ ਹੋਣਾ ਚਾਹੀਦਾ, ਉਸੇ ਤੇ ਸਾਨੂੰ ਭਰੋਸਾ ਕਰਨਾ ਚਾਹੀਦਾ। ਹੇ ਦਤਾਰ, ਹੇ ਵਾਹਿਗੁਰੂ, ਹੇ ਮਾਲਕ ਜੀ, ਤੁਸੀਂ ਬਖਸ਼ੰਦ ਹੋ ਤੇ ਤੁਸੀਂ ਕਿਰਪਾ ਕਰੋ। ਪਹਿਲੀ ਪੰਕਤੀ ਦੀ ਵਿਚਾਰ ਵਿੱਚ ਗੁਰੂ ਸਾਹਿਬ ਨੇ ਸਾਨੂੰ ਭਰੋਸੇ ਦੀ ਗੱਲ, ਮਾਣ ਦੀ ਗੱਲ, ਉਹ ਪਰਮਾਤਮਾ ਦੀ ਤਾਕਤ ਦੀ ਗੱਲ ਦੱਸੀ ਆ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਸੁਰਤ, ਮਤ, ਚਤਰਾਈ ਤੇਰੀ। ਸੁਰਤ ਵੀ ਤੇਰੀ ਆ, ਮਤ ਵੀ ਤੇਰੀ ਆ, ਚਤਰਾਈ ਵੀ ਤੇਰੀ ਆ, ਸਭ ਕੁਝ ਤੇਰਾ ਹੈਗਾ। ਜਦੋਂ ਸਰੀਰ ਹੀ ਤੇਰਾ ਨਾ, ਸਰੀਰ ਵਿੱਚ ਫੁਰਨੇ ਬਣਾਉਣ ਵਾਲਾ ਵੀ ਤੂੰ ਆ, ਚੰਗੇ ਮੰਦੇ ਜੋ ਕੁਝ ਕਰਵਾ ਰਿਹਾ ਸਭ ਕੁਝ ਤੂੰ ਕਰਵਾ ਰਿਹਾ। ਸੁਰਤ, ਮਤ, ਚਤਰਾਈ, ਬੁੱਧ ਤੇਰੀ ਤੂੰ ਜਣਾ ਹੈ, ਜਾਣਾ ਰਾਮ। ਜੋ ਕੁਝ ਤੂੰ ਮੈਨੂੰ ਜਣਾਉਂਦਾ ਹੈ ਤੇ ਉਹੀ ਮੈਂ ਜਾਣਦਾ ਹਾਂ। ਮਤਲਬ ਮੇਰੀ ਕੋਈ ਆਪਣੀ ਤਾਕਤ ਨਹੀਂ ਹੈ। ਫਿਰ ਉਹ ਸਥਾਈ ਬਣ ਗਈ, ਮੇਰੀ ਕੋਈ ਆਪਣੀ ਤਾਕਤ ਨਹੀਂ ਹੈ, ਸਾਰੀ ਤਾਕਤ ਤੇਰੀ ਤਾਕਤ ਹੈ।
कल भी जिक्र ये सेम ही सी, जिसका तन मन धन सब तिसका सोई सुगड़ सुजानी, तिन ही सुनिया दुख सुख मेरा तो विद नीकी खटानी, जी की एकै है एकै ही पहमानी, अवर जतन कर रहे बहु तेरे, तिन तिल नहीं कीमत जानी। असी वो वाहिगुरु जी दी तिल मात्र भी कीमत नहीं चुका सके, तिन तिल नहीं कीमत जानी। फिर अगे पातशाह जिक्र करते ने सोई जाना सोई पछाण है। कहते ना वो वाहिगुरु जी ने पूरी मनुखता नूं बना के, पूरे जीवां नूं बना के ना, जिन्ने भी धरती ते मनुख रह रहे ने, भावें वो दूर नेड़े जिथे मर्जी रहिंदे ने, सब नूं बना के कहंदे आपस विच परमात्मा ने ते मनुख दे विच आपस विच एक पर्दा पा दिता, विच हौमै पर्दा पाई। जिहड़ा पर्दा ना उहनूं हौमे दा पर्दा कहा जांदा गा। ते इत्थे पातशाह जी कहंदे जिन्हां ने फिर वो हौमे दा पर्दा, भरम दा पर्दा तोड़ता जां पाड़ता कह लो, वो अगे वाहिगुरु जी नूं जान सकदा है, नहीं उहदे बारे कुछ भी नहीं जान सकदे आपां। हुण मान लो भी सारियां दे विचकार ना, चाहे वो छोटा मनुख आ, चाहे वड्डा गा, चाहे कोई गरीब आ, अमीर आ, चाहे पढ़िया चाहे अणपढ़िया, कोई भी आ, सब दे विचकार मनुख नूं बनाउण तो बाद जिहड़ा वो परमात्मा ने पर्दा पाया, बस गुरु साहब कहंदे वो पर्दा चक्कण दी कहानी बंदे नूं सारी उम्र गुरु ग्रंथ साहिब सिखाउंदा है। गुरु ग्रंथ साहिब दे विच मनुख दी कथा ते एक परमात्मा दी कथा, होर तां कथा ही नहीं कोई। मनुख दी कथा ना ते एक परमात्मा दी ब्रह्म दी कथा। हुण गुरु साहब जी कहंदे फिर वो ब्रह्म ज्ञान गुरु नाल जुड़ के आपां पर्दा चकना, गुर पूंजी गुरु की बन जाएगा। वो पर्दे नूं तोड़न वास्ते, वो दरवाजे नूं खोलण वास्ते कुंजी दा काम करेगा। गुर पूंजी पाहू निवल मन कोठा तन छत। गुरु साहब जी कहंदे फिर साडा जीवन ऐसा गा, असीं वो पर्दा जिहड़ा है उहनूं तोड़ के खोल के अगे लंघ नहीं सकते। सारी उम्र वो पर्दे दे अंदरले बन्ने रहने आ। ते इत्थे पातशाह जिक्र करदे ने, कहंदे सोई जाना सोई पछाणै, ओही जान सकदा, ओही पहचान सकदा। कौन? जाको नदर सरंदे, जिस उपर वो वाहिगुरु जी आप अपनी नदर करते हैं। नदर सरंदे, सरंदे तो भाव है सिरजनहार। एक सरंदा साज भी आ, सारंगी भी है ना, सरंदा भी आ, जिहदे नाल कुछ गाया जांदा गा। पर इत्थे सरंदा वो साज दा नाम नहीं, इत्थे सरंदे तो भाव है सिरजनहार। सच्चे पातशाह जी कहंदे जिस मनुख ने सिरजनहार परमात्मा नूं पाया, अपने विचों पर्दा खोल के वो पर्दा फाड़ के फिर वो परमात्मा नूं जान सकदा, पहचान सकदा है। सोई जाना सोई पछाणै जाको नदर सरंदे। फिर जिहदे ते वो नदर पा लैंदा है, उही मनुख उहनूं समझदा है, उहनूं जाणदा है। एक गल चेते रखियो, इहदा मतलब ये बन गया भी वो परमात्मा किहदे ते नज़र पाउंदा, किसे किसे ते पाउंदा। कहंदे इत्थे गुरु साहब जी दी पावन बाणी विचों सानू सिੱਖਿਆ की मिलदी है भी जिहदे ते वो अपनी नज़र ध्यान कर लैंदा ना, ओहदे तक पहुंच जांदा। मतलब उहनूं पछाण लैंदा, ओह दूजे नूं पछाण नहीं आउंदी, ओह ओहनूं पछाण लैंदा। इहदा मतलब रब ईरखा करदा, इहदा मतलब यही हो गया ना, रब वितकरा करदा। इहदा मतलब तो किसे किसे ते नज़र पाउंदा गा भी जिन्हां ते वो वाहिगुरू दी नज़र नहीं होई, नहीं पाई, तां ओह की कहणगे परमात्मा वितकरा करदा। उदाहरण मान लो भी कोई बाबा जां लीडर आ कोई, हुण लीडर ने मेन बंदे पिंड चों ले ले, चुन ले, आ मेरे नेड़े आ,
ਮੇਨ ਚੁਣ ਲੈਣਾ। ਆਪਾਂ ਨੂੰ ਕੀ ਲੱਗੂ, ਆਪਣੇ ਧਿਆਨ 'ਚ ਕੀ ਸਵਾਲ ਆਉਂਦਾ, ਓਏ ਆਪਾਂ ਕੀ ਲੈਣਾ, ਛੱਡ ਯਾਰ, ਉਹਦੀ ਤਾਂ ਉਹਦੇ ਨਾਲ ਬਣਦੀ ਆ, ਆਪਾਂ ਨੂੰ ਕੀ ਲੋੜ ਆ। ਆਪਣੇ ਧਿਆਨ 'ਚ ਹੀ ਆ ਗਿਆ। ਕੋਈ ਬਾਬਾ ਗਾ, ਉਹਨੇ ਵੀ ਮੇਨ ਬੰਦੇ ਚੁਣ ਲਏ, ਤੂੰ ਮੇਰੇ ਨੇੜੇ ਆ, ਤੂੰ ਮੇਰੇ ਨੇੜੇ ਆ, ਤੂੰ ਮੇਰੇ ਨੇੜੇ ਆ, ਹਨਾ। ਬਾਕੀਆਂ ਤੇ ਕੋਈ ਧਿਆਨ ਨਹੀਂ। ਹਾਂ ਭਾਈ ਕੌਣ ਆ, ਤੂੰ ਕਿੱਥੋਂ ਆਇਆ, ਦੂਜਿਆਂ ਨੂੰ ਮੈਂ ਪੁੱਛਦਾ ਨਾ। ਤੇ ਜਿਹੜਾ ਕੋਈ ਜਾਣਦਾ ਗਾ, ਜਿਹੜਾ ਨੇੜੇ ਹੈਗਾ, ਉਹਨੂੰ ਪੁੱਛਣ ਦੀ ਲੋੜ ਨਹੀਂ, ਉਹਨੂੰ ਜਾਣਦਾ ਹੀ ਹੈਗਾ। ਇਹਦਾ ਮਤਲਬ ਤਾਂ ਇਹ ਹੋ ਗਿਆ, ਜਿਵੇਂ ਕੋਈ ਬਾਬਾ, ਜਿਵੇਂ ਕੋਈ ਲੀਡਰ ਕਿਸੇ ਨੂੰ ਨੇੜੇ ਕਰ ਲੈਂਦਾ ਤੇ ਕਿਸੇ ਨੂੰ ਦੂਰ ਕਰ ਦਿੰਦਾ ਹੈਗਾ, ਉੱਥੇ ਸਾਡੇ ਦਿਮਾਗ 'ਚ ਖਿਆਲ ਬਣਦਾ ਵੀ ਇਹ ਲੀਡਰ ਲੂਡਰ ਜੇ, ਇਹ ਬਾਬੇ ਬੂਬੇ ਜੇ ਨਾ ਸਾਡੇ ਵਰਗਿਆਂ ਨੂੰ ਕਿੱਥੇ ਪੁੱਛਦੇ ਨੇ, ਇਹ ਤਾਂ ਭਾਈ ਉਹਨਾਂ ਨੂੰ ਪੁੱਛਦੇ ਨੇ ਜਿਹੜੇ ਇਹਨਾਂ ਦੇ ਨੇੜੇ ਨੇਗੇ, ਉਹ ਕੋਈ ਵੀ ਹੋ ਸਕਦਾ। ਹੁਣ ਸੇਮ ਗੱਲ ਇਹੀ ਬਣ ਗਈ ਇੱਥੇ ਵੀ ਸੋਈ ਜਾਣਾ ਸੋਈ ਪਛਾਣੈ, ਜਾਂ ਕੋ ਨਦਰ ਸਰੰਦੇ। ਗੁਰੂ ਨੂੰ, ਪਰਮਾਤਮਾ ਨੂੰ ਉਹੀ ਪਹਿਚਾਣਦੇ ਨੇ ਜਿਨ੍ਹਾਂ ਤੇ ਪਰਮਾਤਮਾ ਆਪਣੀ ਨਜ਼ਰ ਪਾ ਲੈਂਦਾ। ਇਹਦਾ ਮਤਲਬ ਨਜ਼ਰ ਉਹ ਲੀਡਰਾਂ ਵਾਂਗੂ ਜਾਂ ਬਾਬਿਆਂ ਵਾਂਗੂ ਕਿਸੇ ਤੇ ਪਾਉਂਦਾ। ਹਾਂ ਇਹ ਜ਼ਰੂਰ ਕਹਾਂਗੇ ਵੀ ਹਾਂ ਉਹ ਨਜ਼ਰ ਕਿਸੇ ਤੇ ਪਾਉਂਦਾ ਹੈ, ਉਹ ਪਰਮਾਤਮਾ ਨਜ਼ਰ ਕਿਸੇ ਤੇ ਪਾਉਂਦਾ ਨਹੀਂ। ਦੂਜਾ ਪੁਆਇੰਟ ਕੀ ਹੈ, ਪਰਮਾਤਮਾ ਸਭ ਨੂੰ ਆਪਣੀ ਨਜ਼ਰ ਹੇਠ ਹੀ ਰੱਖਦਾ, ਵੇਖ ਨਜ਼ਰੀ ਹੇਠ ਚਲਾਇਂਦਾ। ਸਭ ਕੁਝ ਉਹ ਪਰਮਾਤਮਾ ਦੀ ਨਿਗਾਹ ਵਿੱਚ ਹੋ ਰਿਹਾ ਹੈਗਾ। ਐਸਾ ਤਾਂ ਕੋਈ ਜੀਵ ਨਹੀਂ ਹੈ ਜਿਹੜਾ ਪਰਮਾਤਮਾ ਦੀ ਨਿਗਾਹ 'ਚ ਨਾ ਹੋਵੇ। ਸਭ ਜੀਵ ਪਰਮਾਤਮਾ ਦੀ ਨਿਗਾਹ ਵਿੱਚ ਨੇ। ਜਿਹੜੀ ਨਜ਼ਰ ਦੀ ਇੱਥੇ ਗੱਲ ਕੀਤੀ ਹੈ ਨਾ, ਉਹ ਨਜ਼ਰ ਇਹ ਆ, ਕਿਹੜੇ ਮਨੁੱਖਾ ਜੀਵ ਨੇ ਕਿੰਨਾ ਵਧੀਆ ਕਰਮ ਕੀਤਾ, ਕਿਉਂਕਿ ਕੇਵਲ ਮਨੁੱਖ ਹੀ ਹੈ ਜਿਹੜਾ ਪਰਮਾਤਮਾ ਨੂੰ ਮਿਲਣ ਦੀ ਤਾਂਘ ਲੈ ਕੇ ਆਇਆ। ਜੀਵ ਬਹੁਤ ਨੇ, ਕਦੇ ਦੇਖਿਆ ਕਿ ਵੀ ਕੀੜੀਆਂ ਦਾ ਸਪੈਸ਼ਲ ਕੋਈ ਮੰਦਿਰ, ਕੋਈ ਗੁਰਦੁਆਰਾ, ਕੋਈ ਧਾਰਮਿਕ ਸਥਾਨ ਬਣਿਆ ਗਾ ਨਾ। ਚਿੜੀਆਂ ਦਾ, ਪਸ਼ੂਆਂ ਦਾ ਕੋਈ ਧਾਰਮਿਕ ਸਥਾਨ ਸਪੈਸ਼ਲ ਬਣਿਆ ਹੋਇਆ ਵੀ ਉੱਥੇ ਉਪਾਸਨਾ ਕਰਦੇ ਆ, ਰੱਬ ਦੀ ਪੂਜਾ ਕਰਦੇ ਆ। ਨਹੀਂ, ਉੱਦਾਂ ਰੱਬ ਦੀ ਰਜ਼ਾ ਵਿੱਚ ਰਹਿੰਦੇ ਨੇ ਉਹ, ਪਰ ਰੱਬ ਦੀ ਪੂਜਾ ਨਹੀਂ ਕਰਦੇ, ਮਾਲਕ ਦੀ ਪੂਜਾ ਨਹੀਂ ਕਰਦੇ। ਪੂਜਾ ਕਰਨ ਵਾਲਾ ਕੇਵਲ ਮਨੁੱਖ ਆ। ਪਰਮਾਤਮਾ ਨੂੰ ਸਮਝਣ ਦੇ ਲਈ ਕੇਵਲ ਮਨੁੱਖਾ ਜ਼ਿੰਦਗੀ ਆ। ਤੇ ਗੁਰਬਾਣੀ ਦੇ ਵਿੱਚ ਮਨੁੱਖ ਦੀ ਕਥਾ ਦੇਖੋ। ਹੁਣ ਗੁਰਬਾਣੀ ਦੇ ਵਿੱਚ ਪਸ਼ੂਆਂ ਨੂੰ ਸਮਝਾਉਣ ਵਾਸਤੇ ਕਥਾ ਨਹੀਂ ਕੀਤੀ, ਪੰਛੀਆਂ ਨੂੰ ਸਮਝਾਉਣ ਵਾਸਤੇ ਕਥਾ ਨਹੀਂ ਕੀਤੀ। ਉਹ ਗੱਲ ਅਲੱਗ ਆ ਵੀ ਅੱਜ ਬੰਦੇ ਨੇ ਆਪਣਾ ਧਿਆਨ ਕੁੱਕੜਾਂ ਕੁੱਤਿਆਂ ਵਿੱਚ ਹੀ ਪਾਲਿਆ, ਉਹਨਾਂ ਨੂੰ ਡੱਕਰੀ ਫਿਰਦਾ, ਉਹਨਾਂ ਨੂੰ ਪੜ੍ਹਾਉਣ ਦੇ ਲਈ ਨਾ, ਸਿਖਾਉਣ ਦੇ ਲਈ ਕੁਛ ਡੱਕਰੀ ਫਿਰਦਾ। ਕੋਸ਼ਿਸ਼ ਕੀ ਕਰਨੀ ਆ, ਆਪਾਂ ਖੁਦ ਹੀ ਪਸ਼ੂ ਪੰਛੀ ਆ, ਖੁਦ ਹੀ ਆਪਾਂ ਪਸ਼ੂ ਆ, ਆਪਣੇ ਆਪ ਨੂੰ ਪੜ੍ਹਾਈਏ। ਪਸ਼ੂਆਂ ਨੂੰ ਪੜ੍ਹਾਉਣ ਦੀ ਬਜਾਏ, ਕੁੱਤਿਆਂ ਨੂੰ ਪੜ੍ਹਾਉਣ ਦੀ ਬਜਾਏ ਖੁਦ ਬੰਦਾ ਆਪਣੇ ਆਪ ਨੂੰ ਪੜ੍ਹਾਵੇ। ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਆਪਣੇ ਆਪ ਦੀ ਪਹਿਚਾਣ ਕਰੀਏ। ਤੂੰ ਕੌਣ ਆ, ਸੁਨੋ ਹਰੇ ਪ੍ਰਾਣੀ, ਤੂੰ ਕੌਣ, ਕਹਾਂ ਤੇ ਆਇਆ, ਭਾਵ ਤੂੰ ਕੌਣ ਆ, ਕਿੱਥੋਂ ਆਇਆ, ਕੀ ਤੇਰਾ ਹੱਕ ਆ ਇੱਥੇ ਕਰਨ ਦਾ। ਬਸ ਇੱਥੇ ਜਿਹੜੀ ਵਿਚਾਰ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਦੀ ਕਥਾ ਤੇ ਬੰਦੇ ਦੀ ਕਥਾ ਕੀਤੀ ਆ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਸ਼ੂ ਪੰਛੀਆਂ ਦੀ ਕਥਾ ਨਹੀਂ, ਉਹਨਾਂ ਨੂੰ ਸਮਝਾਉਣ ਵਾਸਤੇ ਕੋਈ ਗੱਲ ਨਹੀਂ ਹੈ, ਉਹਨਾਂ ਤੋਂ ਸਿੱਖਿਆ ਲੈਣ ਵਾਸਤੇ ਹਵਾਲੇ ਨੇ, ਪਰ ਉਹਨਾਂ ਦੀ ਸਪੈਸ਼ਲ ਕਥਾ ਨਹੀਂ। ਜਿੰਨਾ ਜ਼ੋਰ ਲਾਇਆ ਬੰਦੇ ਨੂੰ ਸਮਝਾਉਣ ਤੇ ਲਾਇਆ ਹੈਗਾ। ਤੇ ਸਮਝਾਉਂਦੇ ਕੀ ਹੈ ਗੁਰੂ ਸਾਹਿਬ ਦੇ ਵਿੱਚ ਵੀ ਤੂੰ ਉਹ ਪਰਮਾਤਮਾ ਦੀ ਨਜ਼ਰ ਦਾ ਪਾਤਰ ਕਿਵੇਂ ਬਣੇਗਾ। ਹੈ ਉਹਦੀ ਨਜ਼ਰ 'ਚ ਹੀ ਕੋਈ ਫਰਕ ਨਹੀਂ ਇਹਦੇ 'ਚ, ਰਾਈ ਮਾਤਰ ਵੀ ਅੰਤਰ ਨਹੀਂ ਵੀ ਉਹਦੀ ਨਜ਼ਰ 'ਚ ਆਪਾਂ ਹੈ ਨਹੀਂ। ਹਾਂ ਉਹਦੀ ਨਜ਼ਰ 'ਚ, ਪਰ ਉਹਦੀ ਨਜ਼ਰ ਦੇ ਪਾਤਰ ਕਿਵੇਂ ਬਣਨਾ, ਬਖਸ਼ਿਸ਼ ਦੇ ਪਾਤਰ ਕਿਵੇਂ ਬਣਨਾ, ਉਹਦੀ ਕਿਰਪਾ ਦੇ ਪਾਤਰ ਕਿਵੇਂ ਬਣਨਾ ਆਪਾਂ। ਫਿਰ ਉਹ ਗੁਰੂ ਸਾਹਿਬ ਜੀ ਜ਼ਿਕਰ ਕੀ ਕਰਦੇ ਨੇ, ਕਹਿੰਦੇ ਤੂੰ ਆਪਣੀ ਜ਼ਿੰਦਗੀ ਵਿੱਚ ਗੁਰੂ ਨਾਲ ਜੁੜ ਕੇ, ਗਿਆਨ ਨਾਲ ਜੁੜ ਕੇ ਨਾ, ਜਿਸ ਕਾਰਜ ਦੇ ਲਈ ਆਇਆ ਉਹ ਕਾਰਜ ਨੂੰ ਸਮਝਣ ਦਾ ਯਤਨ ਕਰ। ਬਸ ਇੰਨੇ ਕੀ ਫਰਕ ਹੈਗਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਆ ਤੇਰਾ ਕਾਰਜ ਆ। ਮਾਨਸ ਜਨਮ ਦੁਲੰਭ, ਗੁਰੂ ਸਾਹਿਬ ਨੇ ਦੱਸਤਾ, ਹੋਏ ਨਾ ਬਾਰੰਬਾਰ, ਇਹ ਦੁਬਾਰਾ ਨਹੀਂ ਮਿਲਣਾਗਾ। ਇਹ ਮਨੁੱਖਾ ਜ਼ਿੰਦਗੀ ਹੈ ਤੇਰੀ, ਇਹ ਕੁਝ ਸਮੇਂ ਦੇ ਵਿੱਚ ਪਰਮਾਤਮਾ ਨੇ ਵੰਡੀ ਆ। ਜਿਵੇਂ ਦਿਨ ਤੇ ਰਾਤ ਦੇ 4 ਪਹਿਰ, ਤੇ 4 ਪਹਿਰ ਰਾਤ ਦੇ ਤੇ 4 ਦਿਨ ਦੇ, 8 ਪਹਿਰਾਂ ਦਾ ਭਾਵ ਦਿਨ ਤੇ ਰਾਤ ਆ ਨਾ। ਇਵੇਂ ਜਿਵੇਂ ਮਨੁੱਖਾ ਸਰੀਰ ਜਿਹੜਾ ਇਹ 4 ਪਹਿਰਾਂ ਦੇ ਵਿੱਚ ਮੰਨਿਆ ਜਾਂਦਾ ਹੈਗਾ।
ਪਹਿਲੇ ਪਹਿਰੇ ਰੈਣ ਕੈ ਬਣਜਾਰਿਆ ਮਿੱਤਰਾ, ਹੁਕਮ ਭਇਆ ਗਰਵਾਸ। ਪਹਿਲਾ ਪਹਿਰ ਰਾਤ ਦਾ ਜਦੋਂ ਪੈਂਦਾ ਨਾ, ਦਿਨ ਦਾ ਛਪਾ ਹੋ ਗਿਆ, ਪਹਿਲਾ ਪਹਿਰ ਆ ਗਿਆ। ਪਹਿਲੇ ਪਹਿਰ ਦੇ ਵਿੱਚ ਸਾਰੇ ਜਾਗਦੇ ਨੇ, ਸਰੀਰਕ ਤੌਰ ਤੇ ਦੇਖ ਲਓ ਆਪਾਂ, ਰਾਤ ਦੇ ਪਹਿਲੇ ਪਹਿਰ ਕੋਈ ਵੀ ਨਹੀਂ ਸੌਂਦਾ। ਦੂਜੇ ਪਹਿਰ ਸੌਂ ਗਿਆ ਤੇ ਤੀਜੇ ਪਹਿਰ ਇਹਨੂੰ ਗੂੜੀ ਨੀਂਦ ਆ ਗਈ। ਰਾਤ ਦਾ ਆਪਾਂ ਨਕਸ਼ਾ ਬਣਾ ਰਹੇ ਹਾਂ, ਸਾਰਿਆਂ ਨਾਲ ਇਵੇਂ ਬਤੀਤ ਹੁੰਦਾ ਸਮਾਂ। ਤੀਜੇ ਪਹਿਰ ਗੂੜੀ ਨੀਂਦ ਆ ਗਈ ਨਾ, ਤੇ ਚੌਥੇ ਪਹਿਰ ਇਹਨੇ ਜਾਗਣਾ ਸੀ, ਉੱਠਣਾ ਸੀ। ਆਪਾਂ ਸਰੀਰਕ ਤਲ ਤੇ ਚੌਥੇ ਪਹਿਰ ਉੱਠ ਵੀ ਖੜੇ। ਰਾਤ ਦੇ ਚੌਥੇ ਪਹਿਰ 4, 4:30, 5 ਵਜੇ ਤੱਕ, ਮਤਲਬ ਕਿ ਹਰ ਕੋਈ ਜੀਵ ਉੱਠ ਖੜਦਾ ਗਾ। ਇਵੇਂ ਜਿਵੇਂ ਗੁਰੂ ਸਾਹਿਬ ਨੇ ਸਾਡੇ ਚੌਥੇ ਪਹਿਰ ਤੱਕ ਦੀ ਵੰਡ ਪਹਿਲੇ ਪਹਿਰ ਤੋਂ ਲੈ ਕੇ ਗੁਰਬਾਣੀ ਵਿੱਚ ਕੀਤੀ ਹੈ। ਰਾਗ ਸ੍ਰੀ ਰਾਗ ਦੇ ਵਿੱਚ ਪਹਿਲੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ, ਪਹਿਲੇ ਪਹਿਰ ਅਸੀਂ ਜਾਗਦੇ ਸੀ। ਉਹ ਆਪਾਂ ਨਕਸ਼ਾ ਬਣਾਓ, ਪਹਿਲਾ ਪਹਿਰ ਸਾਡਾ ਕਿਹੋ ਜਿਹਾ ਸੀਗਾ? ਮਾਤਾ ਦਾ ਗਰਭ। ਪਹਿਲੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਮਾਤਾ ਦੇ ਉਦਰ ਵਿੱਚ, ਉੱਥੇ ਸਪੈਸ਼ਲ ਕੋਈ ਆਸਣ ਨਹੀਂ ਲੱਗਿਆ ਗਾ ਵੀ ਆ ਵਧੀਆ ਮਹਿੰਗੀ ਵਸਾਈ ਏਸੀ ਰੂਮ, ਹੀਟਰ ਲੱਗਿਆ ਗਾ, ਗਰਮੀ ਠੰਡ, ਉੱਥੇ ਭਾਵ ਤੈਨੂੰ ਸਪੈਸ਼ਲ ਕਮਰਾ ਬਣਾ ਕੇ ਦਿੱਤਾ ਨਾ। ਉੱਥੇ ਗੁਰੂ ਪਾਤਸ਼ਾਹ ਨੇ, ਪ੍ਰਮਾਤਮਾ ਨੇ ਨਿਜਮੀ ਐਸਾ ਬਣਾਤਾ, ਨਾ ਸਰਦੀ ਨਾ ਗਰਮੀ, ਕੁਛ ਨਹੀਂ, ਬਸ ਉਹਦੇ ਹੁਕਮ ਚ। ਹਾਂ ਜਾਗਦੇ, ਉੱਥੇ ਸੁੱਤੇ ਨਹੀਂ ਆਪਾਂ। ਹੁਣ ਗੁਰੂ ਸਾਹਿਬ ਜੀ ਕਹਿੰਦੇ ਉਹ ਪਹਿਲਾ ਪਹਿਰ ਆਪਣੀ ਰਾਤ ਦੇ ਪਹਿਲੇ ਪਹਿਰ ਨਾਲ ਮਿਲਾ ਕੇ ਵੇਖ। ਇੱਧਰ ਰਾਤ ਨੂੰ, ਰਾਤ ਹੋਣ ਤੇ ਪਹਿਲੇ ਪਹਿਰ ਤੂੰ ਜਾਗਦਾਂਗਾ, ਸੁਚੇਤ ਆ, ਤੇ ਉੱਥੇ ਪਹਿਲੇ ਪਹਿਰ ਜਿਹੜੀ ਪਹਿਲੀ ਅਵਸਥਾ, ਉੱਥੇ ਵੀ ਤੂੰ ਸੁਚੇਤ ਆ, ਜਾਗਦਾਂਗਾ। ਦੂਜੇ ਪਹਿਰੇ ਰੈਣ ਕੈ ਬਣਜਾਰਿਆ ਮਿੱਤਰਾ, ਦੂਜੇ ਪਹਿਰ ਦੇ ਵਿੱਚ ਬੰਦਾ ਸੌ ਜਾਂਦਾ। ਬੰਦਾ ਕੁਝ ਨਾ ਕੁਝ ਤਲ ਤੇ ਅਣਭੋਲ ਜਾ ਬਣ ਜਾਂਦਾ, ਕੁਝ ਭੁੱਲ ਜਾਂਦਾ, ਮੈਂ ਕੀ ਕਰਨਾ ਕੀ ਨਹੀਂ ਕਰਨਾ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਫਿਰ ਬੰਦੇ ਦੀ ਦੂਜੀ ਅਵਸਥਾ ਕਿਹੜੀ ਹੈ? ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਹੁਣ ਦੂਜੀ ਅਵਸਥਾ ਇਹ ਬਣ ਗਈ ਵੀ ਬੰਦਾ, ਬੱਚਾ ਖਾਣ ਪੀਣ ਵਿੱਚ ਰੁੱਝ ਗਿਆ। ਹੁਣ ਗੁਰੂ ਸਾਹਿਬ ਜੀ ਕਹਿੰਦੇ ਇੱਧਰ ਵੀ ਆਪਾਂ ਸੌਂਗੇ। ਤੀਜੇ ਪਹਿਰੇ ਉਹ ਆਪਾਂ ਨੂੰ ਪਤਾ, ਮਨੁੱਖ ਦੀ ਅਵਸਥਾ ਜਵਾਨੀ ਵਿੱਚ ਚਲੀ ਗਈ, ਤੇ ਜਵਾਨੀ ਦੇ ਵਿੱਚ ਬੰਦਾ ਸਭ ਕੁਝ ਵਿਸਾਰ ਦਿੰਦਾ। ਹੰਕਾਰ ਹੋ ਗਿਆ ਚੰਦਰੇ ਨੂੰ, ਜਵਾਨੀ ਦਾ ਸਭ ਨੂੰ ਹੋ ਜਾਂਦਾਗਾ। ਤੇ ਹੁਣ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਬੰਦੇ ਦੀ ਲੁੱਟ ਹੁੰਦੀ ਆ, ਤੀਜੇ ਪਹਿਰ ਹੁੰਦੀ ਆ ਰਾਤ ਨੂੰ, ਚੋਰ ਜਾਰ ਜਿਨ੍ਹਾਂ ਨੇ ਠੱਗੀਆਂ ਚੋਰੀਆਂ ਕਰਨੀਆਂ ਨਾ, ਉਹ ਟਿੱਕੀ ਰਾਤ ਵਿੱਚ ਆਉਂਦੇ ਨੇਗੇ, ਮਤਲਬ 12-1 ਵਜੇ ਤੋਂ ਬਾਅਦ। ਹੁਣ ਜਦੋਂ ਚੋਰੀ ਹੁੰਦੀ ਨਾ, ਵੱਡੇ ਸੰਨ ਲੱਗਦੇ ਆ, ਘਰ ਫਾੜੇ ਜਾਂਦੇ ਨੇ, ਤਾਂ ਉਸ ਟਾਈਮ ਤੇ ਤੀਜੇ ਪਹਿਰ ਦੇ ਵਿੱਚ ਜਾ ਕੇ ਚੋਰੀਆਂ ਠੱਗੀਆਂ ਹੁੰਦੀਆਂ। ਤੇ ਸਾਡਾ ਤੀਜਾ ਪਹਿਰ ਕਿਹੜਾ ਬਣ ਗਿਆ? ਜਵਾਨੀ ਦਾ। ਤੇ ਬੰਦਾ ਜਦੋਂ ਲੁੱਟਿਆ ਜਾਂਦਾ, ਜਵਾਨੀ 'ਚ ਹੀ ਲੁੱਟਿਆ ਜਾਂਦਾ। ਸਿਆਣਿਆਂ ਦੇ ਬੋਲ ਆ ਨਾ, ਜਵਾਨੀ ਦਾ ਪੱਟਿਆ ਰਾਸ ਨਹੀਂ ਆਉਂਦਾ। ਕੋਈ ਕੋਈ ਆ ਬਾਬਾ ਫਰੀਦ ਵਾਂਗੂ, ਗੁਰੂ ਨਾਨਕ ਸਾਹਿਬ ਵਾਂਗੂ ਆਪਣੀ ਜਵਾਨੀ ਸੰਭਾਲ ਲਵੇ। ਜਵਾਨੀ ਸੰਭਾਲਣੀ ਬਹੁਤ ਔਖੀ ਆ। ਜਵਾਨੀ ਦਾ ਤਿਲਕ ਕੇ ਡਿੱਗਿਆ ਹੋਇਆ ਨਾ, ਸਾਰੀ ਉਮਰ ਪਛਤਾਉਂਦਾ ਬੰਦਾ। ਜਵਾਨੀ 'ਚ ਲੁੱਟ ਹੋ ਗਈ, ਇੱਧਰ ਤੀਜੀ ਪਹਿਰ ਦੇ ਵਿੱਚ ਰਾਤ ਨੂੰ ਲੁੱਟ ਹੋ ਗਈ। ਦੋਨੇ ਗੱਲਾਂ ਸੇਮ ਨੇ। ਮਤਲਬ ਪ੍ਰਮਾਤਮਾ ਨੇ ਸਾਡੇ ਸਰੀਰ ਦੀ ਪ੍ਰਕਿਰਤੀ ਕਿਹੋ ਜਿਹੀ ਬਣਾਈ ਆ, ਸੋਚ ਕੇ ਵੇਖੋ। ਸਾਨੂੰ ਰਾਤ ਦੇ ਨਾਲ ਮੇਲ ਕੇ ਦਿਖਾ ਦਿੱਤਾ। ਤੇ ਚੌਥਾ ਪਹਿਰ ਹੈ ਜਿਹੜਾ, ਉਹ ਬੁਢੇਪੇ ਦਾ ਗਾ। ਚੌਥਾ ਪਹਿਰ ਕਾਹਦਾ ਗਾ? ਬੁਢੇਪੇ ਦਾ। ਹੁਣ ਅੰਗ ਪੈਰ ਖੜ ਗਏ ਤੇ ਬੰਦਾ ਤਮਾ ਬਹੁਤ ਕਰਦਾ, ਭੱਜਦਾ, ਬੁੜਾ ਹੋਇਆ ਪਿਆ, ਗੋਡੇ ਗਿੱਟੇ ਮੁੜ ਗਏ, ਕਹਿੰਦਾ ਜੋ ਕਰਦਾ ਮੈਂ ਹੀ ਕਰਦਾ, ਸਾਰਾ ਕਾਰੋਬਾਰ ਤਾਂ ਕਹਿੰਦਾ ਮੇਰੇ ਸਿਰ ਤੇ ਆ। ਇੱਥੇ ਜਾਗਣਾ ਸੀ ਅੰਮ੍ਰਿਤ ਵੇਲੇ, ਚੌਥਾ ਪਹਿਰ ਆ ਗਿਆ ਨਾ, ਜਾਗ ਕੇ ਰੱਬ ਦਾ ਸ਼ੁਕਰ ਕਰਨਾ ਸੀ। ਪਰ ਬੰਦਾ ਬੁੱਢਾ ਹੋਇਆ, ਕੀ ਕਹਿੰਦਾ ਮੇਰੇ ਵਰਗਾ ਤਾਂ ਕੋਈ ਸਿਆਣਾ ਨਹੀਂ, ਬਸ ਸਪੈਸ਼ਲ ਮੈਨੂੰ ਮੇਰੀ ਮਾਂ ਨੇ ਜਨਮ ਦਿੱਤਾ ਸਿਆਣਾ ਬਣਾ ਕੇ, ਹੋਰ ਤਾਂ ਕੋਈ ਹੈ ਨਹੀਂ। ਜਿਹੜੇ ਮਰਜ਼ੀ ਬਜ਼ੁਰਗ ਅਵਸਥਾ ਦੇ ਵਿੱਚ ਛੇੜ ਲਓ, ਭਾਵ ਗੱਲ ਨਹੀਂ ਕਰਨ ਦਿੰਦਾ ਕੋਈ। ਸੋਚ ਕੇ ਦੇਖੋ, ਬੱਚਿਆਂ ਨੂੰ ਵੀ ਘੂਰਦਾ ਨਾ ਬੰਦਾ, ਨਾ ਯਾਰ ਤੁਸੀਂ ਕਮਲ ਕੁੱਟਦੇ ਹੋ, ਚੌੜ ਕਰਦੇ ਹੋ, ਸਿਆਣੇ ਬਣੋ, ਐ ਕਰੋ ਜਾ ਕਰੋ। ਆਪ ਕੀ ਕੀਤਾ ਇਹ ਨਹੀਂ ਵੇਖਿਆ।
मैं की कीता जदों ये बच्चियां वाली जवानां वाली अवस्था मेरी सी, मैं की कीता ये नहीं सोचिया गा। हुण गुरु साहब कहंदे रात दे चौथे पहर तैं सरीरक तल ते जाग पिया ते इधरों बुढ़ा होया भी बंदा साला मारन दी कोशिश करदा, पर वो साला मारन दा वक्त आ जिहड़ा वो गुजर चुक्या हुंदा गा, वो समा लंघ चुक्या हुंदा। उस तो बाद की आ दिन चढ़ जांदा गा। दिन चढ़ जांदा ना, जिंदगी दी रात इवें जिवें बतीत हो जाती आ, पल्ले कुछ भी नहीं पैंदा। रैन गवाई जिमें, आही पक्ष बन गया ना, रैन गवाई सोए कै ते दिवस गवाया खाए। सेम यही कहानी बन गई जदों बंदे दी जिंदगी रूपी रात 20 सालां दी, चाहो 40 सालां दी, चाहो 80 सालां दी गुजर गई, फिर बंदा पछताउंदा, फिर पछताया कुछ भी नहीं बनदा, फिर कुछ पल्ले नहीं पैंदा गा। जदों वक्त सी उदों बंदे ने कुछ नहीं कीता। फिर तक लिखिया ना बाबा भीखण जी ने, नैनो नीर वह तन खीना भय केस दुधवानी, रुदा कंठ शब्द नहीं उचरै अब क्या करे प्राणी, राम राय हो बैद बनवारी। हुण की करेगा, हुण की कुछ कर सकदा, तो कुछ भी नहीं कर सकदा। तेरी दाढ़ी चिट्टी हो गई, सिर दे केस चिट्टे हो गए, कुछ गौर कर दिन चढ़ गया। ये संकेत आ जिवें दिन चढ़दा ना पौ फटाला हुंदा गा, पता लग जांदा नेरी रात गई, सूरज दीयां किरणां आउणीਆਂ शुरू हो गईयां। इवें जिवें तेरे जिंदगी दे कुछ पड़ाਅ ने, वो पड़ाअ तैनूं बार-बार दसदे ने, पर बंदिया गुरु तो मत लैके कुछ समझण दा जतन कर। बस कहण तो भाव की आ भी गुरु ग्रंथ साहिब महाराज की विचारधारा सानू सारिਆਂ ਨੂੰ समझाउंदी आ भी आपां कुछ ना कुछ ऐसा करिए जो गुरु साहब करन दे लई कहंदे ने। बस ये लभ गए आपां हुण गुरु साहब कहंदे की ने। वैसे पता तुहानू भी आ, पता सानू भी आ, पता सब नूं आ भी गुरु दा हुक्म की आ, कहंदा की आ, पर वो करना औखा। बस इन्नी क गल आ, इन्नी पक्खा इदों वध के नहीं कुछ है। फिर ताइयों गुरु साहब ने कहा भी जेड़ा आ पक्ष वेख के गुरु दी मत अनुसार तुर पैंदा, फिर ओदे ते परमात्मा दी गुरु दी कह लो स्पैशल निगाह पै जाती है। जिहदे ते फिर स्पैशल निगाह पैगी ना वो तर जांदा, ओदी जिंदगी सफल हो जाती है। थोड़ा जिहा संखेप पक्ष लै लो, माधो दास वैरागी तुसीं बड़े वारी सुनिया, इत्थे एक इशारा देना बनदा। वक्त सी कदे शिकारी सी, वक्त आया शिकार करनों हट गया, ते हुण किसे साध दा जानकी दास वर्गे दा चेला बन गया। टूणे टामण जादू मंत्रां दे विच निपुण हो गया, ते हुण जिंदगी दे विच वो कर्म शुरू कर दिते जिन्हां कर्मां दा कोई मुੱਲ नहीं है, जीरो आ। ते करना की सी, वो करना सी जो गुरु परमात्मा कहंदा। पर वक्त आया धन गुरु गोबिंद सिंह महाराज बाबा बंदा सिंह बहादुर जी नूं जाके मिलदे ने जदों माधो दास दे रूप विच सी। ते उत्थे जिहड़ी गल कही ना तुहाडे सारिਆਂ दे ध्यान च आ भी बंदा सिंह बहादुर वरण तो पहलां जदों भी इहदे कोई डेरे विच नेड़े तेड़े पहुंचदा, ये उहदे नाल चौड़ करदा, मस्करियां करदा, जो साधां वाले काम हुंदे ना वो करदा, किसे नूं सुट देना, किसे नाल किसे तरह की शरारत, किसे नाल किसे तरह की शरारत। मन्निया जांदा दशमेश पिता भी दे डेरे विच पहुंचे, इहदे आसन ते जा बैठे, 10वें पातशाह दे नाल भी शरारत करनी चाहिए, पर नहीं कोई किसी तरह की कार्रवाई इत्थे ना हुई। पर अक्सर गुरु साहब जी पुछदे ने तू कौन आ, बोल पिया कहना मैं बंदा। संकेत दिता ना कि बंदा, फिर गुरु साहब कहंदे जे बंदा पशुओं वाले काम ना कर, बंदियां वाले काम कर। जो दशमेश पिता, क्योंकि रब दे प्यारिਆਂ दी गल च आवाज च दम हुंदा, क्योंकि बोलते सब ने गे, पर किसी दे बोल विच ऐसी दम हुंदी, ताकत हुंदी आ, वो मनुख दा जीवन बदल जांदा गा। हुण 10वें पातशाह दे बोलां च दम क्यों ना होगा, जिन्हां नूं नंद लाल वर्गिया ने, भाई मनी सो वर्गिया ने, अनेकां लखारियां ने
ਲਾਲਾ ਦੌਲਤ ਰਾਏ ਵਰਗਿਆਂ ਨੇ, ਜੋਗੀ ਅੱਲਾ ਯਾਰ ਖਾਂ ਵਰਗੇ ਕਿੰਨੀ ਲਿਖਾਰੀ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਬਿਆਨ ਨਹੀਂ ਕੀਤੀ ਜਾ ਸਕਦੀ ਉਪਮਾ ਇਥੋਂ ਤੱਕ ਲਿਖ ਦਿੱਤਾ ਵੀ ਸਾਡੇ ਕੋਲੇ ਉਹ ਲਫ਼ਜ਼ ਨਹੀਂ ਹੈ ਵੀ ਅਸੀਂ ਦਸ਼ਮੇਸ਼ ਪਿਤਾ ਦੀ ਵਡਿਆਈ ਕਿਵੇਂ ਕਰੀਏ। ਫਿਰ ਉਹਦੀ ਗੱਲ 'ਚ ਦਮ ਕਿਉਂ ਨਹੀਂ ਹੋਊਗਾ ਜੇ ਤੂੰ ਬੰਦਿਆਂ ਵਾਲੇ ਕੰਮ ਕਰ। ਅੱਛਾ, ਬੰਦੇ ਦੀ ਗੱਲ 'ਚ ਤੇ ਦਮ ਕਦੋਂ ਬਣਦਾ? ਥੋੜਾ ਜਿਹਾ ਧਿਆਨ ਦੇਈਏ, ਜਦੋਂ ਬੰਦਾ ਆਪ ਸਹੀ ਹੋਵੇ। ਹੁਣ ਦਸ਼ਮੇਸ਼ ਪਿਤਾ ਵਰਗਾ ਕੌਣ ਬਣ ਸਕਦਾ ਹੈ ਨਾ? ਸੋਚ ਕੇ ਵੇਖੋ। ਜੇ ਤੂੰ ਬੰਦਿਆਂ ਵਾਲੇ ਕੰਮ ਕਰ, ਫਿਰ ਉੱਥੇ ਹੁੰਦਾ ਕੀ ਆ? ਹੱਥ ਬੰਨ ਲੇ, ਫਿਰ ਬਣਾ ਦੇ ਬੰਦਾ, ਤੇ ਫਿਰ ਨਾਮ ਬਾਅਦ ਚ ਕੀ ਟਿਕਿਆਗਾ? ਬੰਦਾ ਸਿੰਘ, ਬੰਦਾ ਬਣਾਤਾ। ਤੇ ਬਹਾਦਰ ਦਾ ਤੋਂ ਖਾਲਸਾ ਜੋ ਗੁਰੂ ਨੇ ਕਿਹਾ ਉਹਨੂੰ ਖਿੜੇ ਮੱਥੇ ਸੱਤ ਕਰਕੇ ਮੰਨ ਲਿਆ। ਖਿੜੇ ਮੱਥੇ ਮੰਨਿਆ ਨਾ, ਤੇ ਫਿਰ ਦਸ਼ਮੇਸ਼ ਪਿਤਾ ਨੇ ਕਿਹਾ ਵੀ ਇੱਥੇ ਫਲਾਣੇ ਸ਼ਹਿਰ 'ਚ ਰਿਪੋਰਟ ਦੇ ਦਿੱਤੀ, ਆਹ ਕੁਝ ਹੋਇਆ ਸਾਹਿਬਜ਼ਾਦਿਆਂ ਨਾਲ, ਮਾਤਾ ਗੁਜਰ ਕੌਰ ਨਾਲ, ਪ੍ਰਾਣਾਂ ਤੋਂ ਪਿਆਰੇ ਗੁਰਸਿੱਖਾਂ ਨਾਲ ਆਹ ਕਹਾਣੀ ਵਾਪਰੀ ਆ। ਅੰਦਰੋਂ ਖੂਨ ਖੌਲਿਆ। ਜਿਹੜਾ ਕੱਲ ਨਾ ਇੱਕ ਜੀਵ ਦੇ ਮਰਨ ਤੇ ਬਰਾਗੀ ਬਣ ਗਿਆ ਸੀ, ਕਹਿੰਦੇ ਨਾ ਵੀ ਇੱਕ ਮਿਰਗਣੀ ਦੇ ਤੀਰ ਵੱਜਿਆ, ਉਹ ਮਿਰਗਣੀ ਕੁਦਰਤੀ ਤੌਰ ਤੇ ਬੱਚਿਆਂ ਨੂੰ ਜਨਮ ਦੇਣ ਦੀ ਅਵਸਥਾ ਵਿੱਚ ਸੀ। ਮਿਰਗਣੀ ਵੀ ਤੜਫਦੀ ਮਰ ਗਈ, ਪੇਟ ਵਿੱਚੋਂ ਬੱਚੇ ਨਿਕਲ ਆਏ ਤੇ ਬੱਚੇ ਵੀ ਤੜਫਦੇ ਸਨਮੁਖ ਮਰ ਗਏ। ਤਰਸ ਖਾਦਾ, ਛੱਡਤਾ, ਅੱਜ ਤੋਂ ਬਾਅਦ ਤੀਰ ਸੁੱਟ ਦਿੱਤਾ, ਇਹ ਨਹੀਂ ਚਲਾਉਣਾਗਾ। ਪਰ ਅੱਜ ਦਸ਼ਮੇਸ਼ ਪਿਤਾ ਨੇ ਬੰਦਾ ਸਿੰਘ ਨੂੰ ਬੰਦਾ ਸਿੰਘ ਬਣਾਉਣ ਤੋਂ ਪਹਿਲਾਂ ਮਾਧੋ ਦਾਸ ਦੇ ਬਰਾਗੀ ਦੇ ਰੂਪ ਵਿੱਚ ਖੰਡੇ ਕੀ ਪੋਹਲ ਦੀ ਦਾਤ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 3 ਵਾਰ ਆਪਣੀ ਜ਼ਿੰਦਗੀ 'ਚ ਖੰਡੇ ਦੀ ਪੋਹਲ ਮਤਲਬ ਅੰਮ੍ਰਿਤ ਆਪ ਆਪਣੇ ਹੱਥੀਂ ਤਿਆਰ ਕੀਤਾ। ਪਹਿਲੀ ਵਾਰ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੀ ਧਰਤੀ ਤੇ, ਦੂਸਰੀ ਵਾਰ ਮਾਲਵੇ ਦੀ ਧਰਤੀ ਦਿਆਲਪੁਰਾ ਭਾਈ ਦੇਸਾ ਸਿੰਘ ਮਿਸਤਰੀ ਦੇ ਘਰ, ਤੇ ਤੀਜੀ ਵਾਰ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾਉਣ ਵੇਲੇ, ਜਦੋਂ ਮਾਧੋ ਦਾਸ ਸੀ ਨਾ, ਉਦੋਂ ਅੰਮ੍ਰਿਤ ਛਕਾਉਣ ਵੇਲੇ ਉੱਥੇ ਗੁਰੂ ਸਾਹਿਬ ਨੇ ਖੰਡੇ ਦੀ ਪੋਹਲ ਆਪਣੇ ਹੱਥੀਂ ਤਿਆਰ ਕੀਤੀ। ਬਾਕੀ ਥਾਵਾਂ ਤੇ ਅੰਮ੍ਰਿਤ ਬੜੇ ਥਾਈਂ ਛਕਾਇਆਗਾ, ਪਰ ਉੱਥੇ 5 ਪਿਆਰਿਆਂ ਨੇ ਛਕਾਇਆ, ਪਰ 3 ਥਾਈਂ ਗੁਰੂ ਨੇ ਆਪ ਅੰਮ੍ਰਿਤ ਤਿਆਰ ਕਰਕੇ ਛਕਾਇਆਗਾ। ਹੁਣ ਗੁਰਦੇਵ ਪਾਤਸ਼ਾਹ ਨੇ ਖੰਡੇ ਕੀ ਪੋਹਲ ਦੇਣ ਤੋਂ ਬਾਅਦ ਨਾਮ ਬਦਲ ਦਿੱਤਾ, ਮਾਧੋ ਦਾਸ ਤੋਂ ਬੰਦਾ ਸਿੰਘ ਬਣਾ ਦਿੱਤਾ। ਜਦੋਂ ਖੂਨ ਖੌਲਿਆ ਗੁਰੂ ਦਾ ਪਿਛਲਾ ਪਿਛੋਕੜ ਹੱਡ ਬੀਤੀ ਸੁਣ ਕੇ, ਫਿਰ ਉੱਥੇ ਬਹਾਦਰ ਦਾ ਤੁਖਲਸ ਦੇ ਕੇ 5 ਤੀਰ ਬਖਸ਼ਿਸ਼ ਕੀਤੇ। ਚੇਤਾ ਰੱਖਿਓ, ਫਿਰ ਬੰਦਾ ਸਿੰਘ ਬਹਾਦਰ ਨੇ ਐਸੇ ਕਾਰਨਾਮੇ ਕੀਤੇ, ਤੇ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਦੇ ਮਾਲਕਾਂ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹ ਮਾਲਕੀ ਬੰਦਾ ਸਿੰਘ ਬਹਾਦਰ ਨੇ ਦਵਾਈ ਆ। ਕੇਸਰੀ ਨਿਸ਼ਾਨ ਥੱਲੇ ਅਗਵਾਈ ਕੌਣ ਕਰਦਾ? ਕੇਸਰੀ ਨਿਸ਼ਾਨ ਕਰਦਾ। ਅੱਜ ਜਦੋਂ ਆਪਣਾ ਨਗਰ ਕੀਰਤਨ ਜਾਂਦਾ ਨਾ, ਉਦੋਂ 5 ਪਿਆਰਿਆਂ ਦੇ ਹੱਥ 'ਚ ਕੋਈ ਨਾ ਕੋਈ ਸ਼ਸਤਰ ਹੁੰਦਾ। ਵੈਸੇ ਜਦੋਂ ਪੁਰਾਤਨ ਆਪਾਂ ਪਿੱਛੇ ਦੇਖਦੇ ਆ, ਕੇਸਰੀ ਨਿਸ਼ਾਨ ਹੁੰਦੇ ਸੀ। ਚਲੋ ਅੱਜ ਕਿਰਪਾਨ ਜਾਂ ਕੋਈ ਹੋਰ ਸ਼ਸਤਰ ਵਗੈਰਾ ਲੈਤਾ ਜਾਂਦਾਗਾ। ਹੁਣ ਉੱਥੋਂ ਵੀ 5 ਪਿਆਰੇ, ਮਤਲਬ ਕਿ 5 ਸਿੰਘਾਂ ਦਾ ਜੱਥਾ ਪੰਜਾਬ ਦੀ ਧਰਤੀ ਵੱਲ ਤੋਰਿਆ। ਮੇਰੇ ਕਹਿਣ ਤੋਂ ਭਾਵ ਕੀ ਹੈ ਵੀ ਜੋ ਗੁਰੂ ਕਹਿੰਦਾ ਉਹ ਕਰੀਏ। ਗੁਰੂ ਕੀ ਕਹਿੰਦਾ, ਉਹ ਬੰਦਾ ਸਿੰਘ ਬਹਾਦਰ ਨੂੰ ਜੋ ਸਮਝਾਇਆ, ਆਹ ਕੁਛ ਕਰ ਪਾਈ, ਫਿਰ ਤੇਰੇ ਤੇ ਨਿਗਾਹ ਪਊ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਿਗਾਹ ਮਾਧੋ ਦਾਸ ਤੇ ਪਈ ਤੇ ਬੰਦਾ ਬਣ ਗਿਆ। ਆਪਣੇ ਤੇ ਵੀ ਨਿਗਾਹ ਪੈ ਜਾਵੇ, ਆਪਾਂ ਵੀ ਬੰਦੇ ਬਣ ਸਕਦੇ ਹਾਂ। ਫਿਰ ਸੱਚੇ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਫਿਰ ਉਹੀ ਮਨੁੱਖ ਭਾਈ ਪਰਮਾਤਮਾ ਨੂੰ ਜਾਣ ਸਕਦਾ, ਰੱਬ ਜੀ ਦੇ ਨੇੜੇ ਹੋ ਸਕਦਾਗਾ। ਦੁਨੀਆ ਦੇ ਵਿੱਚ ਰਹਿਣ ਵਾਲੇ ਸਭ ਜੀਵਾਂ ਨੂੰ ਪਰਮਾਤਮਾ ਵੇਖਦਾ, ਪਰ ਬਹੁਤੇ ਘੱਟ ਉਹ ਜੀਵ ਨੇ ਜਿਹੜੇ ਪਰਮਾਤਮਾ ਨੂੰ ਵੇਖਦੇ ਨੇ। ਪਰਮਾਤਮਾ ਨੂੰ ਕੋਈ ਵੇਖਦਾਗਾ। ਪਰਮਾਤਮਾ ਸਭ ਨੂੰ ਵੇਖਦਾ, ਉਹਦੀ ਨਿਗਾਹ ਸਭ ਤੇ ਆ, ਪਰ ਉਹਦੇ ਤੇ ਨਿਗਾਹ ਕਿਸੇ ਦੀ ਆ। ਦੇਖੋ ਸਾਰਾ ਪਿੰਡ ਹੀ ਵਸਦਾ ਨਾ। ਰੱਬ ਦੀ ਗੱਲ ਕਿੱਥੇ ਹੁੰਦੀ ਹੈ? ਗੁਰੂ ਗ੍ਰੰਥ ਸਾਹਿਬ ਦੇ ਕੋਲੇ। ਰੱਬ ਦੀ ਗੱਲ ਨਾ ਵੀ ਰੱਬ ਤੇ ਨਿਗਾਹ ਰੱਖੋ ਭਾਈ, ਰੱਬ ਤੇ ਧਿਆਨ ਰੱਖੋ ਭਾਈ, ਗੱਲ ਇਹੀ ਹੁੰਦੀ ਆ। ਤੇ ਕਿੰਨੇ ਕਾਉਨੇ ਆਪਾਂ? ਸੋਚ ਕੇ ਦੇਖੋ। ਇਹੀ ਹਾਲ ਦੂਜੇ ਥਾਵਾਂ ਤੇ ਆ, ਦੂਜੇ ਪਿੰਡਾਂ 'ਚ, ਇਹੀ ਚੌਥੇ ਪਿੰਡਾਂ 'ਚ, ਇਹੀ ਪੂਰੀ ਦੁਨੀਆ 'ਚ, ਆਹੀ ਹਾਲ ਆਗਾ। ਤੇ ਕਿੱਥੇ ਜੇ ਗੁਰੂ ਕਹਿੰਦਾ ਨਾ ਪ੍ਰਮਾਤਮਾ ਸਭ ਤੇ ਧਿਆਨ ਰੱਖਦਾ, ਤੇ ਆਪਣਾ ਧਿਆਨ ਵੀ ਪ੍ਰਮਾਤਮਾ ਤੇ ਹੋਵੇ, ਬਸ ਫਿਰ ਗੱਲ ਬਣ ਜੂ। ਫਿਰ ਤਾਂ ਦਿੱਕਤ ਹੀ ਕੋਈ ਨਹੀਂ। ਫਿਰ ਤਾਂ ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਸੋਈ ਜਾਣੈ ਸੋਈ ਪਛਾਣੈ ਜਾ ਕੋ ਨਦਰ ਸਰੰਦੇ। ਫਿਰ ਅੱਗੇ ਪਾਸੇ ਜ਼ਿਕਰ ਕਰਦੇ ਨੇ, ਮਨ ਮੁਖ ਭੁੱਲੀ
ਬਹੁਤੀ ਰਾਹੀ ਫਾਥੀ ਮਾਇਆ ਫੰਦੇ। ਫਿਰ ਉਹ ਵਾਹਿਗੁਰੂ ਨਾ ਸਾਨੂੰ ਮਾਇਆ ਦੇ ਫੰਦੇ ਵਿੱਚੋਂ ਬਚਾ ਲੈਂਦਾ ਹੈ। ਜਦੋਂ ਵੀ ਗੁਰੂ ਦੀ ਬਖਸ਼ਿਸ਼ ਹੋਈ, ਸਾਡੇ ਤੇ ਗੁਰੂ ਦੀ ਨਿਗਾਹ ਪਈ, ਉਹ ਸਾਨੂੰ ਮਾਇਆ ਦੀ ਫਾਹੀ ਤੋਂ ਬਚਾ ਲੂਗਾ। ਮਾਇਆ ਕੀ ਹੈ? ਕੇਵਲ ਕੱਲੇ ਪੈਸੇ ਨੂੰ ਮਾਇਆ ਨਹੀਂ ਕਿਹਾਗਾ। ਇਹ ਮਾਇਆ ਜਿਤ ਹਰ ਵਿਸਰੈ, ਬਸ ਇੰਨਾ ਹੀ ਕਾਫੀ ਹੈ। ਤੁਸੀਂ ਸਾਰਾ ਸਮਝੋਗੇ ਅੱਗੇ। ਉਹ ਮਾਇਆ ਗੀ ਜਿਹੜੇ ਕੰਮ ਕਰਕੇ, ਜਿਸ ਕਾਰਨ ਕਰਕੇ ਅਸੀਂ ਗੁਰੂ ਤੋਂ ਦੂਰ ਹੋ ਗਏ, ਬਸ ਉਹ ਤੁਸੀਂ ਅੰਦਾਜ਼ਾ ਖੁਦ ਲਾ ਲਿਓ ਉਹ ਕਿਹੜੀ ਮਾਇਆ। ਮੰਨ ਲਓ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਆ ਵੀ ਅਸੀਂ ਗੁਰੂ ਨਾਲ ਜੁੜੇ ਹੋਏ ਆ, ਤੇ ਅੱਗੇ ਉਦਾਹਰਨ ਕੀ ਆ ਵੀ ਗੁਰੂ ਸਾਹਿਬ ਨੇ ਸਾਡੇ ਪਰਿਵਾਰ ਵਿੱਚ ਕਰਤਾ ਵਾਧਾ। ਪਰਿਵਾਰ ਵਿੱਚ ਵਾਧਾ ਕਰਤਾ ਨਾ, ਬੱਚੇ ਦੀ ਦਾਤ, ਨੂੰਹ ਧੀ ਦੀ ਦਾਤ ਪ੍ਰਾਪਤ ਹੋ ਗਈ। ਉਸ ਤੋਂ ਬਾਅਦ ਆਪਾਂ ਖਹਿੜਾ ਛੱਡ ਗਏ। ਸਾਡੇ ਪਰਿਵਾਰ ਵਿੱਚ ਸਾਡੇ ਲਈ ਉਹ ਨੂੰਹ ਧੀ, ਉਹ ਬੱਚਾ ਵੀ ਮਾਇਆ, ਜਿਹਦੇ ਕਰਕੇ ਅਸੀਂ ਗੁਰੂ ਨਾਲੋਂ ਆਪਣਾ ਨਾਤਾ ਤੋੜ ਲਿਆ। ਸਾਡੇ ਲਈ ਸਾਡੇ ਕੋਲ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਕੋਈ ਦਾਤ ਆ ਗਈ, ਕੋਈ ਵੀ ਦਾਤ ਆ ਗਈ। ਮੰਨ ਲਓ ਉਦਾਹਰਨ ਮੋਬਾਈਲ ਫੋਨ ਹੀ ਆ ਗਿਆ ਨਾ, ਤੇ ਕੱਲ ਵਕਤ ਸਿਰ ਸੌਂ ਗਏ ਸੀ, ਮੋਬਾਈਲ ਫੋਨ ਹੀ ਨਹੀਂ ਸੀਗਾ, ਵਕਤ ਸਿਰ ਉੱਠ ਖੜੇ ਤੇ ਉੱਠ ਕੇ ਗੁਰੂ ਨਾਲ ਗੱਲਾਂ ਕਰਨ ਵਾਸਤੇ ਆ ਗਏ, ਜਾਂ ਨਿਤਨੇਮ ਦੇ ਰੂਪ ਵਿੱਚ ਗੁਰੂ ਨਾਲ ਗੱਲਾਂ ਕਰ ਲਈਆਂ, ਫਿਰ ਤਾਂ ਸ਼ਾਬਾਸ਼ੇ ਦੇ ਪਾਤਰ ਆ। ਹੁਣ ਜਦੋਂ ਰਾਤ ਨੂੰ ਸਾਰੀ ਰਾਤ ਮੋਬਾਈਲ ਫੋਨ ਨਾਲ ਪੰਗੇ ਲਈ ਗਏ ਤੇ ਸਵੇਰ ਉੱਠਿਆ ਨਹੀਂ ਗਿਆ, ਸਾਡੇ ਲਈ ਮੋਬਾਈਲ ਫੋਨ ਵੀ ਕੀ ਬਣ ਗਿਆ? ਇਹ ਵੀ ਇੱਕ ਮਾਇਆ ਬਣ ਗਈ। ਲੀੜਾ ਕੱਪੜਾ ਮਾਇਆ ਬਣ ਗਈ, ਭੋਜਨ ਮਾਇਆ ਬਣ ਗਈ। ਜ਼ਿਆਦਾ ਖਾ ਲਿਆ ਨਾ, ਉਹ ਵੀ ਮਾਇਆ ਦਾ ਰੂਪ ਬਣ ਗਿਆ, ਜ਼ਹਿਰ ਦਾ ਰੂਪ ਬਣ ਗਿਆ। ਸਾਨੂੰ ਸਵੇਰ ਉੱਠਣ ਨਹੀਂ ਦਿੱਤਾ ਤੇ ਅਸੀਂ ਗੁਰੂ ਕੋਲੇ ਪਹੁੰਚ ਨਹੀਂ ਸਕੇ, ਜਾਂ ਮਤਲਬ ਗੁਰੂ ਨਾਲ ਜੁੜ ਨਹੀਂ ਸਕੇ, ਚਾਹੇ ਆਪਾਂ ਘਰ ਵਿੱਚ ਜੁੜਦੇ ਆਂਗੇ। ਬਸ ਜਿਹੜੀ ਵੀ ਵਜ੍ਹਾ ਕਰਕੇ ਆਪਾਂ ਗੁਰੂ ਨਾਲੋਂ ਟੁੱਟ ਗਏ, ਬਾਣੀ ਨਾਲੋਂ ਟੁੱਟ ਗਏ, ਉਸੇ ਹੀ ਵਜ੍ਹਾ ਨੂੰ, ਉਸੇ ਹੀ ਕਾਰਨ ਨੂੰ ਗੁਰੂ ਸਾਹਿਬ ਨੇ ਮਾਇਆ ਕਿਹਾ ਹੈਗਾ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਉ ਦੂਜਾ ਲਾਇਆ। ਦੂਜੇ ਨਾਲ ਧਿਆਨ ਜੁੜ ਗਿਆ, ਗੁਰੂ ਨਾਲੋਂ ਧਿਆਨ ਟੁੱਟ ਗਿਆ। ਬਸ ਉਹ ਕਾਰਨ, ਉਹ ਵਜ੍ਹਾ ਹੀ ਮਾਇਆ ਹੈ। ਮਾਇਆ ਕੱਲੇ ਪੈਸੇ ਨੂੰ ਨਹੀਂ ਕਿਹਾ, ਹਾਂ ਪੈਸੇ ਨੂੰ ਵੀ ਕਿਹਾਗਾ, ਪਰ ਇੰਨਾ ਜ਼ਿਆਦਾ ਨਹੀਂ ਜਿੰਨਾ ਜ਼ਿਆਦਾ ਅਸੀਂ ਮੰਨ ਲਿਆ। ਮਾਇਆ ਸਭ ਕੁਝ ਹੈ, ਬਸ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਨਾਲ ਆਪਾਂ ਜੁੜਨਾ। ਹਰ ਇੱਕ ਚੀਜ਼ ਤੋਂ ਕੰਮ ਲੈਣਾ, ਪਰ ਹਰ ਇੱਕ ਚੀਜ਼ ਦੇ ਵਿੱਚ ਖੁਦ ਬਣਾਉਣੀ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਆ ਮਾਇਆ ਗੁਰੂ ਤੋੜ ਦਿੰਦਾ। ਭਾਈ ਗੁਰੂ ਸਮਝਾਉਂਦਾ, ਹਰ ਇੱਕ ਚੀਜ਼ ਤੋਂ ਕੰਮ ਲੈ, ਸਾਰੀਆਂ ਦਾਤਾਂ ਤੈਨੂੰ ਕੰਮ ਲੈਣ ਵਾਸਤੇ ਦਿੱਤੀਆਂ ਨੇ, ਵਰਤ ਇਹਨਾਂ ਨੂੰ, ਪਰ ਇਹਨਾਂ ਨੂੰ ਵਰਤਦਾ ਇਹਨਾਂ 'ਚ ਖੁੱਭ ਨਾ ਜਾਈ। ਇਹਨਾਂ ਤੋਂ ਉੱਪਰ ਉੱਠ ਕੇ ਜਿਹਨੇ ਦਾਤਾਂ ਦਿੱਤੀਆਂ ਨਾ, ਉਹਨੂੰ ਵੀ ਧਿਆਨ ਵਿੱਚ ਰੱਖੀ, ਫਿਰ ਤੂੰ ਮਾਇਆ ਦੇ ਚੱਕਰ ਵਿੱਚ ਨਹੀਂ ਫਸੇਗਾ। ਇਹ ਫਾਹੀ, ਇਹ ਮਾਇਆ ਰੂਪੀ ਰੱਸੀ ਗੁਰੂ ਨਾ ਗਿਆਨ ਨਾਲ ਕੱਟ ਦਿੰਦਾ ਗਾ। ਜਿਵੇਂ ਫਾਹਾ ਕੱਟਣਾ ਹੋਵੇ ਨਾ, ਫਾਹੇ ਵਾਲਾ ਰੱਸਾ ਕੱਟਣਾ ਹੋਵੇ, ਕਿਸੇ ਤਿੱਖੇ ਔਜ਼ਾਰ ਦੇ ਨਾਲ, ਹਥਿਆਰ ਦੇ ਨਾਲ ਕੱਟਣਾ ਪੈਂਦਾ। ਇਵੇਂ ਜਿਵੇਂ ਗੁਰੂ ਦਾ ਗਿਆਨ ਬੜਾ ਤਿੱਖਾ, ਮਾਇਆ ਰੂਪੀ ਰੱਸੀ ਗੁਰੂ ਨਾ ਆਪਣੇ ਗਿਆਨ ਦੇ ਚਾਕੂ ਨਾਲ ਕੱਟ ਦਿੰਦਾ ਹੈ। ਸੋ ਗੁਰੂ ਕਿਰਪਾ ਕਰੇ। ਫਿਰ ਪਾਤਸ਼ਾਹ ਜੀ ਕਹਿੰਦੇ ਮਾਇਆ ਫੰਦੇ ਤੋਂ ਸਾਨੂੰ ਉਹ ਬਚਾ ਲੈਂਦਾ ਹੈ। ਲਾਸਟ ਵਿੱਚ ਪਾਤਸ਼ਾਹ ਜੀ ਕਹਿੰਦੇ ਠਾਕੁਰ ਭਾਣੀ ਸਾ ਗੁਣਵੰਤੀ। ਜਿਹੜਾ ਵੀ ਰੱਬ ਦੇ ਭਾਣੇ ਵਿੱਚ ਆ ਗਿਆ, ਠਾਕੁਰ ਮਾਲਕ ਦੀ ਰਜ਼ਾ ਵਿੱਚ ਆ ਗਿਆ, ਠਾਕੁਰ ਭਾਣੀ ਸਾ ਗੁਣਵੰਤੀ। ਸਾ ਉਹ ਗੁਣਵੰਤੀ, ਉਹ ਗੁਣਾਂ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦੀ ਹੈ। ਉਹ ਜੀਵ ਇਸਤਰੀ ਗੁਣਾਂ ਦੇ ਖਜ਼ਾਨੇ ਤੱਕ ਆਪਣੀ ਪਹੁੰਚ ਕਰ ਲੈਂਦੀ ਹੈ। ਠਾਕੁਰ ਭਾਣੀ ਸਾ ਗੁਣਵੰਤੀ, ਉਹ ਗੁਣਵੰਤੀ ਬਣ ਗਈ। ਚੇਤਾ ਰੱਖਿਓ, ਗੁਰਬਾਣੀ ਵਿੱਚ ਸੂਹੀ ਰਾਗ ਦੇ ਪਿੱਛੇ ਨਾ ਆਪਾਂ ਪੜ੍ਹ ਕੇ ਗਏ ਆ 3 ਸ਼ਬਦ, ਉਹਨਾਂ ਤਿੰਨਾਂ ਦੀ ਤਰਤੀਬ ਬਣਾਈ ਆ ਗੁਰੂ ਸਾਹਿਬ ਨੇ। ਪਹਿਲਾਂ ਗੁਣਵੰਤੀ ਸ਼ਬਦ ਆ ਵਾਹਿਗੁਰੂ, ਪਹਿਲਾਂ ਕੁਚੱਜੀ ਸ਼ਬਦ, ਫਿਰ ਸੁਚੱਜੀ, ਫਿਰ ਗੁਣਵੰਤੀ। ਜਦੋਂ ਅਸੀਂ ਕੁਚੱਜੇ ਆ, ਉਦੋਂ ਸੁਚੱਜੇਪਣ ਵਿੱਚ ਆਉਣਾ ਜ਼ਰੂਰੀ ਆ। ਕੁਚੱਜੇ ਤੋਂ ਭਾਵ ਜਿਨ੍ਹਾਂ ਨੂੰ ਮਤ ਨਹੀਂ ਹੈ। ਮਤ ਵੈਸੇ ਸਭ ਨੂੰ ਆ, ਕੋਈ ਨਹੀਂ ਕਹਿੰਦਾ ਵੀ ਮੈਨੂੰ ਮਤ ਨਹੀਂ ਹੈ, ਪਰ ਦੇਖੋ ਜਿਹੜੇ ਬੰਦੇ ਨੂੰ ਕੰਮ ਕਰਦਾ ਲੱਖਣ ਨਾ ਹੋਵੇ, ਬੇਲੱਖਣਾ ਹੋਵੇ, ਉਹਨੂੰ ਆਪਾਂ ਆਮ ਹੀ ਕਹਿੰਦੇ ਕੁਚੱਜਾ ਹੀ ਆ, ਤੈਨੂੰ ਚੱਜ ਤਾਂ ਕੋਈ ਹੈ ਨਹੀਂਗਾ। ਤੇ ਫਿਰ ਚੱਜ ਮਿਲਦਾ ਕਿੱਥੋਂ ਆ? ਗੁਰ, ਮਿਲ, ਚੱਜ, ਆਚਾਰ, ਸਿੱਖ।
गुरु कोलों ਚੱਜ मिल जाता भी मैं जिंदगी किवें बतीत करनी है। महफिलां जावांगे उत्थे कुचज्जे बनांगे, शराबां पीवांगे, गोलियां खावांगे, समैक पीवांगे, जिन्ने भी गंदे नशे ने, गंदा मतलब कि खाण वास्ते कुछ भी आ। वैसे तो कोई भी किसी तरह की चीज़ आ, गुरु साहब ने उन्होंने लोड़ मुताबक वरतन का जिक्र किया है। बस कुचज्जे बन गए, गुरु कोले आ गए सुचज्जे बन गए। ये सब कुछ ही दस दिंदा भी परिवार च किवें रहना, किवें खाना, किवें पहनना, की कुछ करना की नहीं करना। गुरु इन्ना सियाणा साडा सब कुछ दस दिंदा। चलो गुर मिल चज अचार सिख, इत्थे आके चज मिल जांदा। फिर असीं हो गए सुचज्जे। पहला कुचज्जे सी, फिर सुचज्जे हो गए। जो सुचज्जे हो गए ना, फिर साडे विच गुण वध जांदे ने, फिर असीं बन जांदे हां गुणवंती। फिर साडा जीवन गुणवंतियां वाला बन जाता है। ते जिहड़ी गुणवंती दी स्टेज आ ना, ये सब तो अखीरली स्टेज आ। बाबा नानक ना तां कुचज्जा ना सुचज्जा, वो तां ना गुणवंती आ। बाबे नानक च गुण ही गुण ने। जे बाबे नानक जो गुण आ ना, ते उन्हें मरदाने च भी गुण ही गुण पाते। बस सानू सिक्ख्या मिलदी आ। जे मरदाने च गुण पा सकदा, फिर साडे च क्यों नहीं पाऊगा। पर सानू गुरु नानक कोल आउण दी लोड़ आ। बस गुरु नानक नूं वेखण दी लोड़ आ। मैं मूर्ख की केतक बात है, कोट पराधी तरिया रे। गुरु नानक जिन सुनिया वेख्या, गुरु नानक नूं वेखिए सुनिए तां साडा जीवन भी गुणवंती बन सकदा है। इत्थे पातशाह जी कहंदे ठाकुर भाणी सा गुणवंती, अगे तिन तिल सब रंग माणा। असीं सारे रंग माणांगे। फिर कई बार ना एक सवाल बनदा इत्थे, मैनूं कबीर ने सवाल किया। मैनूं कहंदा यार अमृत छकना, कहंदा संकट भरी जिंदगी आ। देखो किड्डी वड्डी उन्हें गल कही है, छोटी गल नहीं। ओदी गल विच भी दम आ, ओदे अंदर दा इक शंका, ओदे अंदर दा इक भुलेखा। कहंदा गुरु घर आउणा, अमृत छकना एक संकट आ, कहंदा बंदे ते यार। मैं कहा भी किवें? कहंदा बंदे ने अमृत छक लिया, हुण बंदे दा नाम पै गया सियाणियां च। मैं कहा हाँ। कहंदा बंदा इंजॉय नहीं कर सकदा, कहंदा बंदा हस नहीं सकदा, किसी नाल कोई किसी तरह की गलबात नहीं कर सकदा। मैं कहा भी गुरबाणी च किते नहीं लिखिया भी किसी नाल हसना नहीं, गलबात नहीं करनी, किते भी नहीं लिखिया। मैनूं दिखा जे किते लिखिया गा। वो कहंदा भी चलो मैनूं तां नहीं पता भी लिखिया जां नहीं लिखिया, पर मैं तेरी गल नाल सहमत हो जाना भी चलो जे नहीं लिखिया। कहंदा फिर इन्ना घुटू घुटू जिंदगी, मतलब कि ना घुट्टी घुट्टी जिंदगी क्यों महसूस करदा जिन्हें अमृत छक लिया। जिस दिन वो थोड़ा जा बाहर निकलदा ना, कुछ करदा गा, उदों नूं लोग नहीं कुछ करदे। लै ये तां ऐ करी जांदा, कि तां ऐ करी जांदा, तां ऐ करी जांदा। मैं कहा भी तेरी गल बिल्कुल जायज़ आ। तेरी गल विच आपां इउं कह लईए भी दम है, जो तू पुछया सही पुछया गा। पर अक्सर गुरु साहब नहीं कहंदे गे भी तू अपनी जिंदगी घुट घुट के जियो। गुरु तां कहंदे आ ना, तेरे शरीर विच एक तत्त आकाश दा, हवा पानी मिट्टी अग आकाश है ना, जिहड़ा पंजवां तत्त आकाश दा। ते आकाश आ जिहड़ा वो बहुत बड़ा, उहदा अंत नहीं है। ते तेरी जिंदगी विच भी एडा बड़ापन होना चाहिदा, आकाश वांगू खुला होके जिंदगी जियो, घुटू घुटू जिंदगी ना जियो। मैं कहा भी जिहड़ी गल तू कहना, जां तां तू ऐ कहंदा होएगा भी जिहड़ा मेरे अंदर दा पक्ष हैगा भी हुण बंदे दी दाढ़ी होगी चिट्टी, ते बंदा किसी नूं कुछ कह ही नहीं सकदा, बोल नहीं सकदा, अपने आप नूं नीवा नीवा जिहा महसूस करदा, बुझिया बुझिया जिहा महसूस करदा गा। कहंदा जे आपां रंग काला कर लांगे, कहंदा फिर की फर्क पैंदा गा। फिर मैं कहा जदों उहने गल इत्थे लिआंदी ना, फिर मैं कहा मैं हुण तेरी गल समझ गया। जिहड़ी गल तू कहनी चाहुंदा, जिहड़ी गल तू कहनी चाहुंदा, इह तों तां गुरु साहब रोकदे आ। ना चौड़ करन तो रोकदे आ, ना हसण तो रोकदे आ, ना खेडण तो रोकदे ने, ना गुरु साहब खाण पीण तो रोकदे आ, ना पहनण तो रोकदे आ, ना ही गुरु साहब कहंदे घुटू घुटू जिंदगी जियो अपनी। पर जिहड़ी गल तू मोड़ घोड़ के जिथे तू लिआंदी ना, इह गल मैं तेरी समझ गया। हुण इत्थे गुरु साहब इस गल ते तां भाई वरजदे आ। जिहड़े बंदे ने हुण दाढ़ी नूं काला, माफ करना, अपने केसां नूं ला लो काला करना चाहे है ना, वाधू दे केस पटने चाहे, मान लो भी ओदे अंदर जिहड़ी बीमारी आ ना वो कुछ होर आ, बस ओदे अंदर होर बन गई, ते ओ बीमारी तो गुरु साहब वरजदे ने। ओ बीमारी तां गुरु साहब
ਆਉਣ ਨਹੀਂ ਦਿੰਦੇਗੇ, ਉਹ ਬਿਮਾਰੀ ਵਿੱਚ ਨਹੀਂ ਆਪਾਂ ਆਉਣਾਗਾ। ਫਿਰ ਉਹ ਸਮਝ ਗਿਆ, ਠੀਕ ਹੈ, ਕਹਿੰਦਾ ਵੀ ਹਾਂ ਬਿਲਕੁਲ ਜਾਇਜ਼ ਆ। ਮੈਂ ਕਿਹਾ ਤੂੰ ਆਪਣੇ ਹਾਣ ਦੇ ਨਾਲ ਹੱਸ ਖੇਡ ਮੌਜ ਮਸਤੀ ਮਾਰ, ਤੈਨੂੰ ਐ ਨਾ ਵੀ ਮੈਂ ਹੁਣ ਜਵਾਨ ਬਣਾ ਦਾੜਾ ਰੰਗ ਕੇ, ਇਦਾਂ ਨਹੀਂ ਹੋ ਸਕਦਾਗਾ। ਭਾਵ ਤੈਨੂੰ ਆਪਣੇ ਬਰੋਬਰਤਿਆਂ ਦੇ ਨਾਲ ਬੋਲ ਚਾਲ ਕਰ, ਆਪਣੇ ਬਰੋਬਰ ਦੇ ਹੈਗੇ ਆ ਉਹਨਾਂ ਨਾਲ ਹੱਸ ਖੇਡ, ਕੁਛ ਮਰਜ਼ੀ ਕਰ ਭਾਈ, ਆਪਣੀ ਜ਼ਿੰਦਗੀ ਜਿਉਂ, ਖੁੱਲ ਕੇ ਜ਼ਿੰਦਗੀ ਜਿਉਂ। ਪਰ ਇੱਥੇ ਇਹ ਨਹੀਂ ਹੈ ਵੀ ਤੂੰ ਆਪਣੇ ਜੀਵਨ ਵਿੱਚ ਮਾੜਾ ਪੱਖ ਪੇਸ਼ ਕਰੇ, ਮਾੜੇ ਪੱਖ ਤੋਂ ਗੁਰੂ ਸਾਹਿਬ ਰੋਕਦੇ ਨੇਗੇ। ਚਲੋ ਕਹਿਣ ਤੋਂ ਭਾਵ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਸਭ ਰੰਗ ਮਾਣੇ, ਤੂੰ ਸਾਰੇ ਰੰਗ ਮਾਣ। ਸਭ ਕੁਝ ਤੈਨੂੰ ਨਾ ਇੱਥੇ ਦੁਨੀਆ ਦੇ ਵਿੱਚ ਪਰਮਾਤਮਾ ਨੇ ਦਾਤਾਂ ਦਿੱਤੀਆਂ ਨੇ, ਇਹਨਾਂ ਦਾਤਾਂ ਦੇ ਵਿੱਚ ਰਹਿੰਦਾ ਹੋਇਆ ਬਸ ਦਾਤੇ ਨੂੰ ਜ਼ਰੂਰ ਚੇਤੇ ਰੱਖੀ, ਦਾਤੇ ਨੂੰ ਨਾ ਭੁੱਲ ਜਾਵੀਂ। ਹੱਸਣ ਖੇਡਣ ਮਨ ਕਾ ਚਾਓ, ਲਿਖਿਆ ਨਾ ਬਾਣੀ ਚ, ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ। ਹੁਣ ਗੁਰੂ ਸਾਹਿਬ ਜੀ ਕਹਿੰਦੇ ਜੇ ਹੱਸਣਾ ਵੀ ਹੈ ਨਾ, ਖੇਡਣਾ ਵੀ, ਹੱਸ ਖੇਡ, ਪਰ ਗੁਰੂ ਦਾ ਡਰ ਤੇ ਗੁਰੂ ਦਾ ਪਿਆਰ ਤੇਰੇ ਅੰਦਰ ਹੋਣਾ ਜ਼ਰੂਰੀ ਆ। ਇੱਕ ਤਾਂ ਭਉ, ਇੱਕ ਭਾਉ, ਭਾਉ ਪਿਆਰ, ਭਾਉ ਡਰ। ਹੱਸਣ ਖੇਡਣ ਮਨ ਕਾ ਚਾਓ, ਇਹ ਤਾਂ ਮਨ ਦੀ ਭਾਵਨਾ, ਤਮੰਨਾ ਨਾ। ਮਨ ਦਾ ਸਭ ਤੋਂ ਪਹਿਲਾ ਖਿਆਲ ਹੀ ਇਹ ਆ ਵੀ ਹੱਸੋ ਖੇਡੋ ਮੌਜ ਮਸਤੀਆਂ ਮਾਰੋ। ਗੁਰੂ ਸਾਹਿਬ ਕਹਿੰਦੇ ਮੈਂ ਰੋਕਿਆ, ਹੱਸਣ ਖੇਡਣ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ। ਜਿਨ੍ਹਾਂ ਅੰਦਰ ਪਿਆਰ ਆ ਤੇ ਉਹ ਗੁਰੂ ਦੇ ਡਰ ਨੂੰ ਵੀ ਬਰਕਰਾਰ ਰੱਖਦੇ ਨੇ। ਜਿਨ੍ਹਾਂ ਨੇ ਗੁਰੂ ਦਾ ਡਰ ਰੱਖ ਕੇ, ਵਾਹਿਗੁਰੂ ਨਹੀਂ ਰੱਖ ਕੇ ਹੱਸਿਆ ਨਾ, ਖੇਡੇ ਮੌਜ ਮਸਤੀਆਂ ਮਾਰੀਆਂ, ਫਿਰ ਉਹਨਾਂ ਦਾ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਸੀਸ ਆ ਜਿਹੜਾ, ਸਿਹਰਾ ਜਿਹੜਾ, ਉਹ ਕਲਮ ਕਰ ਦਿੱਤਾ, ਵੱਢ ਦਿੱਤਾ, ਨੇਜੇ ਤੇ ਟੰਗ ਲਿਆ। ਰੋਕਿਆ ਨਹੀਂ ਹੱਸਣ ਖੇਡਣ ਤੋਂ। ਗੁਰੂ ਸਾਹਿਬ ਕਹਿੰਦੇ ਰੱਬ ਦੇ ਡਰ ਵਿੱਚ ਹੱਸ ਖੇਡ ਮੌਜ ਮਸਤੀ ਮਾਰ। ਜਦੋਂ ਰੱਬ ਦਾ ਡਰ ਨਿਕਲ ਗਿਆ ਨਾ, ਫਿਰ ਹੱਸੇਗਾ, ਫਿਰ ਖੇਡੇਗਾ, ਫਿਰ ਗਲਤ ਕੰਮ ਕਰੇਗਾ, ਫਿਰ ਤੇਰਾ ਜਿਹੜਾ ਸਿਹਰਾ ਗਾ ਉਹ ਗੁਰੂ ਦੀ ਨਿਗਾਹ 'ਚ ਕਲਮ ਹੋ ਸਕਦਾ, ਵੱਢਿਆ ਜਾ ਸਕਦਾ ਗਾ। ਇਉਂ ਨਹੀਂ ਕਰਨਾ, ਬਾਕੀ ਤੂੰ ਰੰਗ ਰਲੀਆਂ ਮਾਣ। ਇੱਥੇ ਲਿਖ ਦਿੱਤਾ, ਸਾ ਗੁਣ ਬੰਤੀ ਤਿੰਨ ਸਭ ਰੰਗ ਮਾਣੇ, ਨਾਨਕ ਕੀ ਧਰ ਤੂੰ ਹੈ ਠਾਕੁਰ, ਤੂੰ ਨਾਨਕ ਕਾ ਮਾਣਾ। हे ਵਾਹਿਗੁਰੂ ਜੀ, ਤੂੰ ਹੀ ਮੇਰਾ ਸਭ ਤੋਂ ਵੱਡਾ ਆਸਰਾ ਹੈ ਤੇ ਤੂੰ ਹੀ ਮੇਰਾ ਸਭ ਤੋਂ ਵੱਡਾ ਸਹਾਰਾ ਹੈ। ਮੈਨੂੰ ਤੇਰੇ ਤੇ ਫਖਰ ਹੈ। ਇੱਥੋਂ ਆਪਣੀ ਆਰੰਭਤਾ ਹੋਈ ਸੀ। ਪਾਤਸ਼ਾਹ ਜੀ ਕਹਿੰਦੇ ਤੁਝ ਉੱਪਰ ਮੇਰਾ ਹੈ ਮਾਣਾ, ਤੇ ਲਾਸਟ ਵਿੱਚ ਕੀ ਹੈ, ਠਾਕੁਰ ਤੂੰ ਨਾਨਕ ਕਾ ਮਾਣਾ। ਮੇਰਾ ਤੂੰ ਸਭ ਤੋਂ ਵੱਡਾ ਤਾਕਤ ਵਾਲਾ ਆਪ ਖੁਦ ਸੁਆਮੀ ਹੈ ਤੇ ਮੈਨੂੰ ਤੇਰੇ ਤੇ ਮਾਣ ਹੈ, ਤੇਰੇ ਤੇ ਫਖਰ ਹੈ। ਤੈਨੂੰ ਛੱਡ ਕੇ ਮੈਂ ਹੋਰ ਕਿਤੇ ਵੀ ਨਹੀਂ ਜਾਣਾ, ਨਾ ਮੈਂ ਜਾਵਾਂ। ਸਾਨੂੰ ਕਦੋਂ ਪਤਾ ਲੱਗਿਆ, ਜਦੋਂ ਇਦਾਂ ਅਸੀਂ ਗੁਰਬਾਣੀ ਨੂੰ ਵਿਚਾਰਾਂਗੇ, ਪੜਾਂਗੇ, ਤਾਂ ਸਾਡੀ ਜ਼ਿੰਦਗੀ ਥੋੜੀ ਥੋੜੀ ਬਦਲਦੀ ਨਾ ਇੱਕ ਦਿਨ ਜ਼ਰੂਰ ਗੁਰੂ ਦੇ ਨਾਲ ਇੱਕਮਿਕ ਹੋ ਜਾਵੂ। ਭਾਵ ਗੁਰੂ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਰਹਿਣਾ। ਜਿਵੇਂ ਸੀਸੇ ਵਿੱਚ ਤੇ ਸੀਸੇ ਦੇ ਅਕਸ ਵਿੱਚ ਫਰਕ ਨਹੀਂ ਹੈ, ਜਿਵੇਂ ਫੁੱਲ ਵਿੱਚ ਤੇ ਫੁੱਲ ਦੀ ਸੁਗੰਧੀ ਵਿੱਚ ਫਰਕ ਨਹੀਂ ਹੈ, ਇਵੇਂ ਜਿਵੇਂ ਸਾਡੇ ਵਿੱਚ ਤੇ ਸਾਡੇ ਗੁਰੂ ਵਿੱਚ ਕੋਈ ਫਰਕ ਨਹੀਂ ਰਹਿਣਾ ਜਦੋਂ ਗੁਰਬਾਣੀ ਸਾਡੇ ਹਿਰਦੇ ਵਿੱਚ ਟਿਕ ਗਈ। ਇੱਥੋਂ ਤੱਕ ਵਿਚਾਰ ਸਮਾਪਤ ਹੈ। ਬੋਲਦਿਆਂ ਤੋਂ ਬੜੀਆਂ ਉਣਤਾਈਆਂ ਰਹਿ ਜਾਂਦੀਆਂ ਨੇ। ਸੰਗਤ ਤੇ ਗੁਰੂ ਸਾਹਿਬ ਬਖਸ਼ਣ ਯੋਗ ਨੇ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ